ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪਹਿਲਾ। ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ, ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ। ਸਹਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ। ਭਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ, ਨਿਰਮਲ ਸਾਚਾ ਏਕ ਤੂੰ। ਹੋਰ ਮੈਲ ਭਰੀ ਸਭ ਜਾਏ ਰਹਾਉ, ਹਰ ਕਾ ਮੰਦਰ ਸੋਹਣਾ ਕੀਆ ਕਰਣੈ ਹਾਰ। ਰਵ ਸਸ ਦੀਪ ਅਨੂਪ ਜੋਤ, ਤ੍ਰਿਭਾਵਨ ਜੋਤ ਅਪਾਰ। ਹਾਟ ਪਟਨ ਗੜ ਕੋਠੜੀ ਸਚ ਸੌਦਾ ਵਪਾਰ। ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਭਾਏ। ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ। ਐਸਾ ਸਤਿਗੁਰੂ ਜੇ ਮਿਲੈ ਤਾਂ ਸਹਿਜੇ ਲੈ ਮਿਲਾਏ। ਕਸ ਕਸਵੱਟੀ ਲਾਈਐ ਪਰਖੇ ਹਿਤ ਚਿਤ ਲਾਏ। ਖੋਟੇ ਠੌਰ ਨਾ ਪਾਇਨੀ ਖਰੇ ਖਜ਼ਾਨੇ ਪਾਏ। ਆਸ ਅੰਦੇਸ਼ਾ ਦੂਰ ਕਰ ਇਉ ਮਲ ਜਾਏ ਸਮਾਏ। ਸੁਖ ਕੋ ਮੰਗੈ ਸਭ ਕੋ ਦੁਖ ਨਾ ਮੰਗੈ ਕੋਏ। ਸੁਖੈ ਕੋ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ। ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਏ। ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸ। ਮਨ ਜਨ ਸੇਵਕ ਸਾਧਿਕਾ ਨਾਮ ਰਤੇ ਗੁਣਤਾਸ। ਸਚ ਰਤੇ ਸੇ ਜਿਨ ਗਏ ਹੋਂ ਸਦ ਬਲਿਹਾਰੇ ਜਾਸ। ਚੌਹ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ। ਭਗਤੀ ਭਾਏ ਵਿਹੂਣਿਆ ਮੂੰਹ ਕਾਲਾ ਪਤ ਖੋਏ। ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਰੋਏ। ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ। ਆਪ ਪਛਾਣੈ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ। ਨਾਨਕ ਨਿਰਮਲ ਉਜਲੇ ਜੋ ਰਾਤੇ ਹਰਿ ਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਨਾਲ ਆਪ ਗੁਰੂ ਜੀ ਕੀਆਂ ਪਿਆਰੀਆਂ ਸੰਗਤਾਂ ਦੀ ਅਸੀਸ ਦੇ ਬਦੌਲਤ ਜੋ ਰੋਜ਼ਾਨਾ ਗਲੋਬਲ ਗੁਰਬਾਣੀ ਵਿਚਾਰ ਦੇ ਰਾਹੀਂ ਲੜੀਵਾਰ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਪ੍ਰਾਰੰਭ ਕੀਤੀ ਹੋਈ ਹੈ, ਜਿਸ ਵਿੱਚ ਹੁਣ ਤੱਕ ਸ਼੍ਰੀ ਰਾਗ ਦੇ ਵਿੱਚੋਂ ਪਾਵਨ ਅਸ਼ਟਪਦੀ ਦੇ ਹੁਣ ਤੱਕ 6 ਸ਼ਬਦ ਆਪਾਂ ਵਿਚਾਰ ਚੁੱਕੇ ਹਾਂ। ਅੱਜ ਦਾ ਸ਼ਬਦ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਸ਼੍ਰੀ ਰਾਗ ਮਹੱਲਾ ਪਹਿਲਾ ਅਸ਼ਟਪਦੀਆਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਮੁਖਾਰਬਿੰਦ ਤੋਂ
ਉਚਾਰਨ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 57 57 ਤੋਂ 58 ਤੱਕ ਸੁਭਾਏਮਾਨ ਹੈ। ਸ਼ਬਦ ਦੇ ਕੁੱਲ 8 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਸਤਿਗੁਰੂ ਜੀ ਨੇ ਪਾਵਨ ਸ਼ਬਦ ਵਿੱਚ ਅੱਜ ਦੀ ਜਿਹੜਾ ਸਬਜੈਕਟ ਹੈ ਪਾਵਨ ਸ਼ਬਦ ਦਾ, ਇਹਦੇ ਵਿੱਚ ਗੁਰੂ ਜੀ ਦੀ ਮਹਾਨਤਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਸ ਜੀਵਨ ਦੇ ਵਿੱਚ ਸਭ ਤੋਂ ਜੇ ਕੋਈ ਸਿੱਖਿਆ, ਜੇ ਸਾਡਾ ਕੋਈ ਗਾਈਡ ਹੈ ਤੇ ਉਹ ਸ਼ਬਦ ਗੁਰੂ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਸਾਡੇ ਜੀਵਨ ਨੂੰ ਜਿੱਥੇ ਤਰਾਸ਼ਦੀ ਹੈ, ਉੱਥੇ ਸਾਨੂੰ ਮਾਨਸਿਕ ਤੌਰ ਤੇ, ਸਰੀਰਿਕ ਤੌਰ ਤੇ, ਆਤਮਿਕ ਤੌਰ ਤੇ ਬਲਵਾਨ ਕਰਦੀ ਹੈ। ਕਿਉਂਕਿ ਇਸ ਸੰਸਾਰ ਦੇ ਵਿੱਚ ਜੇ ਅਸੀਂ ਪ੍ਰਮਾਤਮਾ ਤੋਂ ਮੁਨਕਰ ਹੋ ਕੇ ਜੀਵਨ ਜਿਉ ਰਹੇ ਹਾਂ, ਗੁਰੂ ਜੀ ਤੋਂ ਦੂਰ ਹੋ ਕੇ ਜੀਵਨ ਜਿਉ ਰਹੇ ਹਾਂ, ਫਿਰ ਇਹ ਸੰਸਾਰ ਆਤਮਿਕ ਮੌਤ ਦਾ ਘਰ ਹੈ। ਫਿਰ ਮਨੁੱਖ ਦੇ ਇਸ ਸੰਸਾਰ ਵਿੱਚ ਦੁੱਖਾਂ ਤੋਂ ਬਿਨਾਂ, ਤਕਲੀਫਾਂ ਤੋਂ ਬਿਨਾਂ ਕੁਝ ਵੀ ਨਹੀਂ। ਹੁਣ ਸਤਿਗੁਰ ਦੀ ਮੱਤ ਇਹ ਕਹਿੰਦੀ ਹੈ ਇਹ ਦੁੱਖ ਆਉਣੇ ਨੇ, ਕਿਉਂਕਿ ਜਦੋਂ ਜਨਮ ਲਿਆ ਏ, ਜਿਵੇਂ ਜਨਮ ਲੈਂਦਿਆਂ ਹੀ ਸਾਡੇ ਮਾਤਾ ਪਿਤਾ ਸਾਡੇ ਤਨ ਤੇ ਕੱਪੜਾ ਪਾ ਦਿੰਦੇ ਨੇ, ਬੱਚੇ ਨੂੰ ਕੱਪੜਾ ਪਹਿਨਾਇਆ ਜਾਂਦਾ ਹੈ। ਸਭ ਕਹਿੰਦੇ ਐਵੇਂ ਹੀ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਐਵੇਂ ਹੀ ਜਦੋਂ ਤੂੰ ਜਨਮ ਲਿਆ ਨਾ, ਨਾਲ ਹੀ ਇਹ ਸੁੱਖ ਦੁੱਖ ਦੇ ਕੱਪੜੇ ਤੂੰ ਪਹਿਨ ਲੈਣੇ। ਹੁਣ ਗੁਰੂ ਦੀ ਮੱਤ ਤੇ ਤੁਰਨ ਵਾਲੇ ਸਿੱਖ ਦੇ ਅੰਦਰ ਇਹ ਚੜ੍ਹਦੀ ਕਲਾ ਹੈ ਕਿ ਉਹ ਦੁੱਖਾਂ ਤੋਂ ਭੱਜਦਾ ਨਹੀਂ, ਉਹ ਦੁੱਖਾਂ ਦਾ ਸਾਹਮਣਾ ਕਰਦਾ ਹੈ, ਭਗੌੜਾ ਨਹੀਂ ਹੈ। ਉਹ ਸੰਸਾਰ ਨੂੰ ਛੱਡ ਕੇ ਦੌੜਦਾ ਨਹੀਂ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਜਿਹੜੇ ਧਰਮ ਦੀ ਪਰਿਭਾਸ਼ਾ ਦੇਣ ਵਾਲੇ ਸਨ, ਉਹਨਾਂ ਦਾ ਇਹ ਬਾਤ ਸੀ ਮੁੱਕ ਵੀ ਜੇ ਤੁਹਾਡਾ ਮਨ ਸੰਸਾਰ ਤੋਂ ਅੱਕ ਜਾਵੇ ਤੇ ਭਾਈ ਇਹ ਸੰਸਾਰ ਨੂੰ ਛੱਡ ਦਿਓ ਤੇ ਜਾ ਕੇ ਬਨਪ੍ਰਸਤੀ ਜੰਗਲਾਂ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿਓ, ਪੁੱਠੇ ਲਮਕ ਜਾਓ, ਕਿਉਂਕਿ ਰੱਬ ਦੀ ਪ੍ਰਾਪਤੀ ਘਰੋਂ ਨਹੀਂ ਹੋ ਸਕਦੀ। ਰੱਬ ਦੀ ਪ੍ਰਾਪਤੀ ਘਰ ਨੂੰ ਛੱਡ ਕੇ ਜੰਗਲਾਂ ਤੇ ਮੜੀਆਂ ਮਸਾਨਾਂ ਤੇ ਕਬਰਾਂ ਕਲੰਦਰਾਂ ਵਿੱਚ ਬਹਿ ਕੇ ਹੋ ਸਕਦੀ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਆਏ, ਸਤਿਗੁਰੂ ਜੀ ਨੇ ਇਸ ਪ੍ਰਪਾਟੀ ਨੂੰ ਜਮਾ ਹੀ ਨਕਾਰ ਦਿੱਤਾ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨ ਛਾਣੈ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਿਧਾਂਤ ਦੁਨੀਆ ਦੇ ਸਾਹਮਣੇ ਰੱਖਿਆ ਕਿ ਸਿੱਖ ਨੂੰ ਸੰਸਾਰ ਛੱਡ ਕੇ ਦੌੜਨ ਦੀ ਲੋੜ ਨਹੀਂ। ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਉੱਗਦਾ ਹੈ, ਪਰ ਆਪਣੇ ਉੱਤੇ ਚਿੱਕੜ ਦੇ ਛਿੱਟੇ ਨਹੀਂ ਪੈਣ ਦਿੰਦਾ। ਜਿਵੇਂ ਮੁਰਗਾਬੀ ਪਾਣੀ 'ਚ ਤੈਰਦੀ, ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ। ਜਿਵੇਂ ਨੌਕਾ ਪਾਣੀ ਵਿੱਚ ਤੈਰਦੀ, ਆਪਣੇ ਵਿੱਚ ਪਾਣੀ ਨਹੀਂ ਪੈਣ ਦਿੰਦੀ। ਕਹਿੰਦੇ ਐਵੇਂ ਹੀ ਇਹ ਮਨੁੱਖ, ਇਹ ਗੁਰੂ ਦੇ ਸਿੱਖ, ਤੂੰ ਸਤ ਸੰਗਤ ਕਰਦਿਆਂ ਗੁਰੂ ਦੀ ਮੱਤ ਨੂੰ ਲੈ ਲਾ ਤੇ ਗੁਰੂ ਦੀ ਮੱਤ ਤੇ ਚੱਲ ਕੇ ਇਸ ਸੰਸਾਰ ਦੇ ਵਿੱਚ ਵਿਚਰ। ਜਿਵੇਂ ਮਾਇਆ ਦੇ ਵਿੱਚ ਰਹਿ ਕੇ ਇਸ ਮਾਇਆ ਤੋਂ ਨਿਰਲੇਪ ਰਹਿ। ਹੁਣ ਇਹ ਵਿਚਾਰਧਾਰਾ ਸਤਿਗੁਰੂ ਨੇ ਦਿੱਤੀ, ਤੇ ਜਦੋਂ ਇਹ ਵਿਚਾਰਧਾਰਾ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਭਾਏ ਕਰੇਹੀ ਦੀ ਗੱਲ ਕੀਤੀ ਕਿ ਭਾਈ ਤੂੰ ਕਿਰਤ ਕਰ, ਵੰਡ ਕੇ ਛਕ ਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿ, ਉਹਦੀ ਰਜ਼ਾ 'ਚ ਰਹਿ, ਉਹਦੇ ਭਾਣੇ 'ਚ ਰਹਿ। ਇਹ ਜੀਵਨ ਐਸਾ ਜੀਵਨ ਸੀ ਜਿਹਦੇ ਵਿੱਚ ਬਰਕਤਾਂ ਹੀ ਬਰਕਤਾਂ ਸੀ, ਜਿਹਦੇ ਵਿੱਚ ਕੋਈ ਈਰਖਾ ਨਫ਼ਰਤ ਵਾਲੀ ਗੱਲ ਹੀ ਕੋਈ ਨਹੀਂ ਰਹੀ। ਕਿਉਂਕਿ ਜਦੋਂ ਪ੍ਰਮਾਤਮਾ ਦੀ ਰਜ਼ਾ ਹੀ ਐਕਸੈਪਟ ਕਰ ਲਈ ਹੈ, ਫਿਰ ਉਹਦੇ ਭਾਣੇ 'ਚ ਹੀ ਤੁਰਨਾ ਸ਼ੁਰੂ ਕਰ ਲਿਆ ਹੈ, ਫਿਰ ਕਾਹਦੀ ਈਰਖਾ ਨਫ਼ਰਤ। ਸੋ ਸਤਿਗੁਰੂ ਜੀ ਦੀ ਮੱਤ ਇਸ ਕਰਕੇ ਲੈਣੀ ਹੈ। ਤੇ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, 8 ਬੰਦਾਂ ਦਾ ਸ਼ਬਦ ਹੈ, ਰਹਾਉ ਦੀਆਂ ਪੰਕਤੀਆਂ ਨੇ। ਆਓ ਵਿਚਾਰੀਏ। ਆਪ ਸਾਰੇ ਸਰੋਤੇ ਜਨ ਜੋ ਗੁਰਬਾਣੀ ਵਿਚਾਰ ਨਾਲ ਜੁੜਦੇ ਨੇ, ਸਾਰਿਆਂ ਦਾ ਜੀ ਆਇਆਂ ਨੂੰ ਦੋਵੇਂ ਹੱਥ ਜੋੜ ਕੇ ਬੜੀ ਅਦਬ ਸਤਿਕਾਰ ਦੇ ਨਾਲ ਉਹਨਾਂ ਦਾ ਮੈਂ ਸਵਾਗਤ ਕਰਦਾ। ਆਓ ਅੱਜ ਦੇ ਪਾਵਨ ਸ਼ਬਦ ਨਾਲ ਜੁੜੀਏ। ਭਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ। ਭਾਈ ਦੇ ਸੰਬੋਧਨ ਆ, ਹੇ ਮੇਰੇ ਵੀਰ, ਹੇ ਮੇਰੇ ਭਰਾ, ਮੈਲ ਨਾਹੀ। ਕਹਿੰਦੇ ਮੈਲ ਨਾਹੀ ਦਾ ਅਰਥ ਆ ਇਹ ਮੈਲ ਨਹੀਂ ਉਤਰ ਸਕਦੀ। ਨਿਰਮਲ, ਨਿਰਮਲ ਦਾ ਅਰਥ ਆ ਮੈਲ ਤੋਂ ਰਹਿਤ। ਜਲ ਲੱਲੇ ਨੂੰ ਸਿਆਰੀ ਹੈ, ਭਾਵ ਜਲ ਵਿੱਚ
ਨਾਏ। ਹੁਣ ਇੱਥੇ ਨੰਨੇ ਨੂੰ ਕੰਨਾ, ਈੜੀ ਨੂੰ ਸਿਹਾਰੀ ਹੈ। ਜਦੋਂ ਆਪਾਂ ਜਿੱਥੇ ਇਹ ਗੱਲ ਆਉਂਦੀ ਹੈ ਸਾਚਾ ਸਾਹਿਬ ਸਾਚ ਨਾਏ, ਹੁਣ ਉੱਥੇ ਵੀ ਨੰਨੇ ਨੂੰ ਕੰਨਾ, ਈੜੀ ਨੂੰ ਸਿਹਾਰੀ ਨਾਏ ਹੈ, ਪਰ ਉੱਥੇ ਸ਼ਬਦ ਜਿਹੜਾ ਹੈ, ਜਿਹੜਾ ਪ੍ਰਾਕਰਣ ਹੈ ਸ਼ਬਦ ਦਾ, ਜਿਹੜੀ ਡੈਫੀਨੇਸ਼ਨ ਹੈ ਉੱਥੇ ਚੱਲ ਰਹੀ, ਜੋ ਵਿਸ਼ਾ ਵਸਤੂ ਚੱਲ ਰਿਹਾ ਹੈ, ਉੱਥੇ ਚੱਲ ਰਿਹਾ ਹੈ ਕਿ ਪ੍ਰਮਾਤਮਾ ਸੱਚਾ ਹੈ, ਉਹਦਾ ਨਿਆਂ ਵੀ ਸੱਚਾ ਹੈ। ਹੁਣ ਇੱਥੇ ਸ਼ਬਦ ਹੈ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ। ਹੁਣ ਇੱਥੇ ਨੰਨੇ ਨੂੰ ਕੰਨਾ, ਈੜੀ ਨੂੰ ਸਿਹਾਰੀ ਸ਼ਬਦ ਉਹੀ ਹੈ, ਪਰ ਜਿਹੜਾ ਇਹਦਾ ਵਿਸ਼ਾ ਵਸਤੂ ਹੈ, ਜੋ ਸਬਜੈਕਟ ਚੱਲ ਰਿਹਾ ਹੈ ਸ਼ਬਦ ਦਾ, ਉਹਦੇ ਵਿੱਚ ਨਹਾਉਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਇੱਥੇ ਨਾਏ ਦੇ ਥੱਲੇ ਹਲੰਤ ਲਾ ਕੇ ਆਪਾਂ ਨਹਾਏ ਸ਼ਬਦ ਪੜਾਂਗੇ, ਨਹਾਤਿਆਂ। ਸਮੁੱਚੀ ਪੰਕਤੀ ਦੇ ਅਰਥ ਨੇ, ਹੇ ਮੇਰੇ ਵੀਰ, ਹੇ ਮੇਰੇ ਭਰਾ, ਜਿਵੇਂ ਸਾਫ਼ ਪਾਣੀ ਵਿੱਚ ਨਹਾਤਿਆਂ ਸਰੀਰ ਦੀ ਮੈਲ ਲੈ ਜਾਂਦੀ ਹੈ। ਕਹਿੰਦੇ ਜਿਵੇਂ ਤੁਸੀਂ ਨਿਰਮਲ ਤੇ ਸਵੱਛ ਸਾਫ਼ ਸੁਥਰੇ ਪਾਣੀ ਵਿੱਚ ਨਹਾਓ ਤੇ ਸਰੀਰ ਤੋਂ ਮੈਲ ਲੱਥਦੀ ਹੈ, ਕਹਿੰਦੇ ਤਿਵੇਂ ਹੀ ਪਰਮਾਤਮਾ ਵਾਹਿਗੁਰੂ ਦਾ ਹੁਕਮ, ਉਹਦੇ ਗੁਣ, ਉਹਦੇ ਹੁਕਮ ਦੇ ਵਿੱਚ ਚੱਲਣਾ, ਉਹਦੇ ਹੁਕਮ ਦੇ ਵਿੱਚ ਮਨ ਦਾ ਇਸ਼ਨਾਨ ਕੀਤਿਆਂ ਮਨ ਉੱਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ। ਮਕਾਰਾਂ ਤੋਂ, ਮਨ ਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ। ਇਸੇ ਕਰਕੇ ਗੁਰਮਤਿ ਤੇ ਤੁਰਨਾ ਹੈ। ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ, ਕਹਿੰਦੇ ਜਿਵੇਂ ਨਿਰਮਲ ਪਾਣੀ ਵਿੱਚ ਇਸ਼ਨਾਨ ਕੀਤਿਆਂ ਮੈਲ ਉਤਰ ਜਾਂਦੀ ਹੈ ਸਰੀਰ ਦੀ, ਇਵੇਂ ਹੀ ਨਿਰਮਲ ਸਾਚਾ ਏਕ ਤੂੰ, ਹੋਰ ਮੈਲ ਭਰੀ ਸਭ ਜਾਏ। ਇਵੇਂ ਹੀ ਪ੍ਰਮਾਤਮਾ ਇੱਕ ਨਿਰਮਲ ਹੈ, ਉਹ ਮੈਲ ਰਹਿਤ ਹੈ, ਨਿਰੰਜਨ ਹੈ। ਪ੍ਰਮਾਤਮਾ ਤੇ ਕੋਈ ਵਿਕਾਰਾਂ ਦੀ ਮੈਲ ਨਹੀਂ ਹੈ, ਉਹਦੇ ਅੰਦਰ ਪਵਿੱਤਰਤਾ ਹੈ। ਪ੍ਰਮਾਤਮਾ ਦੀ ਰਜ਼ਾ ਤੇ ਹੁਕਮ ਦੇ ਵਿੱਚ ਤੁਰਿਆ ਜਦੋਂ ਇਹ ਮਨ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਤੁਰਦਾ ਹੈ, ਉਹਦੇ ਗੁਣਾਂ ਨੂੰ ਧਾਰਨ ਕਰਦਾ ਹੈ, ਤਾਂ ਸਾਹਿਬ ਕਹਿੰਦੇ ਮਨ ਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ, ਮਨ ਨਿਰਮਲ ਹੋ ਜਾਂਦਾ ਹੈ, ਮਨ ਪਵਿੱਤਰ ਹੋ ਜਾਂਦਾ ਹੈ। ਨਿਰਮਲ ਸਾਚਾ ਏਕ ਤੂੰ, ਹੋਰ ਮੈਲ ਭਰੀ ਸਭ ਜਾਏ। ਕਹਿੰਦੇ ਜੇ ਕੋਈ ਮੈਲ ਤੋਂ ਰਹਿਤ ਹੈ, ਸਾਚਾ ਏਕ ਤੂੰ, ਉਹ ਕੇਵਲ ਤਾਂ ਕੇਵਲ ਇੱਕੋ ਇੱਕ ਸਦਾ ਅਟਲ ਰਹਿਣ ਵਾਲਾ ਪਰਮਾਤਮਾ ਹੈ। ਹੋਰ ਮੈਲ ਭਰੀ ਸਭ ਜਾਏ। ਬਾਕੀ ਜੋ ਕੁਝ ਅਸੀਂ ਵੇਖ ਰਹੇ ਹਾਂ, ਇਹਨਾਂ ਅੱਖਾਂ ਦੇ ਨਾਲ ਦੇਖ ਰਹੇ ਹਾਂ, ਇਹ ਸਭ ਮਾਇਆ ਦੀ ਮੋਹ ਦੀ ਮੈਲ ਦੇ ਵਿੱਚ ਭਰੇ ਹੋਏ ਨੇ। ਜੋ ਕੁਝ ਪ੍ਰਮਾਤਮਾ ਤੋਂ ਵਿਸਾਰ ਕੇ ਵੇਖਿਆ ਜਾ ਰਿਹਾ ਹੈ, ਪ੍ਰਮਾਤਮਾ ਤੋਂ ਦੂਰ ਹੋ ਕੇ ਜੀਵਨ ਜੀਵਿਆ ਜਾ ਰਿਹਾ ਹੈ, ਜਿੱਥੇ ਮੈਂ ਮੇਰੀ ਤੇ ਆਈ ਤੇ ਈਗੋ ਵਿੱਚ ਜ਼ਿੰਦਗੀ ਚੱਲ ਰਹੀ ਹੈ, ਉੱਥੇ ਮੈਲ ਹੀ ਹੈ। ਕਿਉਂਕਿ ਇਹ ਤਮਾਮ ਪਦਾਰਥ ਸਾਡੇ ਮਨ ਨੂੰ ਮੈਲਾ ਕਰ ਰਹੇ ਨੇ। ਕਿਵੇਂ? ਸਾਡੇ ਅੰਦਰ ਇੱਕ ਸੂਖਸ਼ਮ ਹਉਮੈ ਪੈਦਾ ਹੋ ਰਹੀ ਹੈ, ਅਹੰਗ ਪੈਦਾ ਹੋ ਰਿਹਾ ਹੈ ਕਿ ਇਹ ਮੇਰੀਆਂ ਨੇ। ਤੇ ਜਦੋਂ ਚੀਜ਼ ਮੇਰੀ ਆਉਂਦੀ ਹੈ ਨਾ, ਫਿਰ ਮਨੁੱਖ ਦੀ ਪਕੜ ਮਜ਼ਬੂਤ ਹੋ ਜਾਂਦੀ ਹੈ, ਫਿਰ ਮਨੁੱਖ ਦਾ ਮਨ ਉਹਨੂੰ ਛੱਡਣ ਨੂੰ ਤਿਆਰ ਨਹੀਂ ਹੁੰਦਾ। ਇਸੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤਾਤ ਐਸੀਆਂ ਚੀਜ਼ਾਂ ਵੜੀਆਂ ਹੋਈਆਂ ਨੇ ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਹਾਂ, ਜਿਨ੍ਹਾਂ ਨਾਲ ਅਸੀਂ ਹੰਕਾਰ ਕਰਕੇ, ਕ੍ਰੋਧ ਕਰਕੇ, ਜਿਵੇਂ ਜਾਤ ਪਾਤ ਕਹਿ ਲਓ, ਇਹ ਵੀ ਇੱਕ ਬੜਾ ਵੱਡੀ ਮੈਲ ਆ। ਮਨੁੱਖ ਦੇ ਅੰਦਰ ਕੁਰਸੀਆਂ ਦੀ ਪ੍ਰਧਾਨਗੀਆਂ ਦੀ ਬਦਬੂ ਹੈ। ਗੱਲ ਕੀ ਮਨੁੱਖ ਇਹ ਗੱਲ ਸਮਝ ਚੁੱਕਿਆ ਹੈ, ਇਹ ਭੁੱਲ ਚੁੱਕਿਆ ਹੈ, ਖਿਮਾ ਕਰਨਾ, ਕਿ ਆ ਜੋ ਕੁਝ ਮੈਂ ਦੇਖ ਰਿਹਾ ਨਾ, ਇਹ ਜੇ ਮੈਂ ਪ੍ਰਮਾਤਮਾ ਦੀ ਰਜ਼ਾ 'ਚ ਨਹੀਂ ਚੱਲ ਰਿਹਾ ਤੇ ਮੈਲ ਹੀ ਹੈ। ਇਹਨੇ ਮਨ ਮੈਲਾ ਕਰਨਾ ਹੈ, ਮਨ ਨੂੰ ਵਿਕਾਰੀ ਬਣਾਉਣਾ ਹੈ, ਮਨ ਨੂੰ ਦੂਸ਼ਿਤ ਕਰਨਾ ਹੈ। ਕਿਉਂਕਿ ਮਨ ਜਦੋਂ ਦੂਸ਼ਿਤ ਹੁੰਦਾ ਹੈ, ਮਨ ਮੈਲਾ ਹੁੰਦਾ ਹੈ, ਮਨੁੱਖ ਦੇ ਵਿਚਾਰ ਮੈਲੇ ਹੁੰਦੇ ਨੇ। ਤੇ ਜਦੋਂ ਮਨੁੱਖ ਦੇ ਮੈਲੇ ਵਿਚਾਰ ਹੁੰਦੇ ਨੇ, ਵਿਚਾਰ ਮੈਲਿਆਂ ਦੇ ਵਿੱਚੋਂ ਹੀ ਮਨੁੱਖ ਅਪਰਾਧ ਦੀ ਦੁਨੀਆ ਵੱਲ ਤੁਰਦਾ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਗੱਲ ਚੇਤੇ ਰੱਖ, ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਨੂੰ ਆਧਾਰ ਬਣਾ, ਹਰ ਵਕਤ ਸੱਚ ਦੇ ਰਸਤੇ ਤੇ ਚੱਲਣ ਦਾ ਪ੍ਰਣ ਕਰ। ਕਿਉਂਕਿ ਨਿਰਮਲ ਸਾਚਾ ਏਕ ਤੋਂ, ਮੈਲ ਤੋਂ ਰਹਿਤ ਕੇਵਲ ਤਾਂ ਕੇਵਲ ਪ੍ਰਮਾਤਮਾ ਦੀ ਯਾਦ ਹੈ, ਜਿਹਦੇ ਵਿੱਚ ਕੋਈ ਵਿਕਾਰ ਨਹੀਂ ਹੈ। ਹੋਰ ਮੈਲ ਭਰੀ ਸਭ ਜਾਏ। ਬਾਕੀ ਜੋ ਕੁਝ ਵੇਖ ਰਹੇ ਹਾਂ, ਇਹ ਸਭ ਮਾਇਆ ਦਾ ਰੂਪ ਹੈ, ਸਭ ਮੈਲਾ ਹੈ, ਜੋ ਤੇਰੇ ਅੰਦਰ ਮੈਲ ਪੈਦਾ ਕਰਦਾ ਹੈ। ਸੌਖੀ ਜੀ ਗੱਲ ਕਹਿ ਦੇਵਾਂ, ਜਿੱਥੋਂ ਮਨੁੱਖ ਦੇ ਮਨ ਵਿੱਚ ਜਿਨ੍ਹਾਂ ਨੂੰ ਚਿਤਵ ਕੇ ਨਫ਼ਰਤ, ਈਰਖਾ, ਕ੍ਰੋਧ ਪੈਦਾ ਹੋਵੇ ਨਾ, ਸਮਝ ਲੈਣਾ ਉਹ ਮੈਲ ਹੈ,
ਉਹ ਮੈਲੇ ਨੇ, ਉਹ ਦੂਸ਼ਿਤ ਨੇ, ਜਿਨ੍ਹਾਂ ਨੂੰ ਮਨੁੱਖ ਚੇਤੇ ਕਰਕੇ ਮੈਲਾ ਹੋ ਰਿਹਾ ਹੈ। ਜਿਸ ਨੂੰ ਯਾਦ ਕਰਕੇ ਜ਼ਿੰਦਗੀ ਵਿੱਚ ਪਵਿੱਤਰਤਾ ਆਵੇ, ਸੰਤੋਖ ਦੀਆਂ ਬਿਰਤੀਆਂ ਜਾਗ ਪੈਣ, ਭਲਾ ਕਰਨ ਨੂੰ ਜੀ ਕਰੇ, ਮਾਨਵਤਾ ਦੇ ਵਿੱਚ ਸੱਚ ਬੋਲਣ ਨੂੰ ਜੀ ਕਰੇ, ਸੱਚ ਦਾ ਸਾਥ ਦੇਣ ਨੂੰ ਜੀ ਕਰੇ, ਸਮਝ ਲੈਣਾ ਉੱਥੇ ਪ੍ਰਮਾਤਮਾ ਦੇ ਨਾਲ ਸਾਂਝ ਬਣ ਗਈ ਹੈ ਕਿ ਵਿਚਾਰ ਫੁਰਨੇ, ਖਿਆਲਾਤ ਨਿਰਮਲ ਹੋ ਗਏ ਨੇ। ਰਹਾਓ, ਇਹ ਰਹਾਓ ਦਾ ਬੰਦ ਹੈ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਗੁਰ ਤੇ ਨਿਰਮਲ ਜਾਣੀਐ, ਨਿਰਮਲ ਦੇ ਸਰੀਰ। ਗੁਰ, ਇੱਥੇ ਗੁਰ ਰਾਰੇ ਨੂੰ ਦਲੈਂਕੜੇ ਨਹੀਂ ਹਨ। ਗੁਰੂ ਦਾ ਅਰਥ ਹੈ ਇੱਥੇ ਜੁਗਤੀ, ਤਰੀਕਾ, ਟੈਕਨੀਕ। ਕਹਿੰਦੇ ਸਤਿਗੁਰ ਦੀ ਦਿੱਤੀ ਮੱਤ ਤੇ ਚੱਲ ਕੇ, ਗੁਰੂ ਦੀ ਦਸੀਆਂ ਹੋਈਆਂ ਗੁਰਬਾਣੀ ਦੇ ਵਿੱਚੋਂ ਜੁਗਤੀਆਂ ਤੇ ਚੱਲ ਕੇ ਕੀ ਹੋਵੇਗਾ? ਨਿਰਮਲ ਜਾਣੀਏ, ਤਾਂ ਤੂੰ ਮੈਲ ਤੋਂ ਰਹਿਤ ਹੋਵੇਗਾ, ਤੇਰੇ ਅੰਦਰ ਪਵਿੱਤਰ ਖਿਆਲ ਪੈਦਾ ਹੋਣਗੇ, ਤੇਰੇ ਅੰਦਰ ਨਿਰਮਲਤਾ ਹੀ ਆਵੇਗੀ। ਬੜੇ ਪਿਆਰੇ ਬਚਨ ਆਨੰਦ ਸਾਹਿਬ ਦੇ ਇੱਥੇ ਕੋਡ ਕਰਨਾ ਚਾਹੁੰਦਾ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ, ਸਤਿਗੁਰੂ ਰਿਹਾ ਭਰਪੂਰੇ। ਜਦੋਂ ਮੈਂ ਸਤਿਗੁਰੂ ਦੀ ਮੱਤ ਤੇ ਤੁਰਿਆ, ਗੁਰੂ ਜੀ ਦੇ ਹੁਕਮ ਨੂੰ ਸਵੀਕਾਰ ਕਰਨਾ ਇਸ ਮਨ ਨੇ ਸ਼ੁਰੂ ਕਰ ਦਿੱਤਾ। ਜਦੋਂ ਗੁਰੂ ਦੇ ਨਾਲ ਜੀਵਨ ਤੁਰਨ ਲੱਗਾ, ਹੁਣ ਸੁਣਦਾ ਵੀ ਗੁਰੂ ਦੇ ਸ਼ਬਦ ਤੋਂ ਜੋ ਸੁਣ ਰਿਹਾ, ਉਹ ਸੁਣ ਦੇ ਨਾਲ ਕੀ ਹੋ ਰਿਹਾ ਹੈ? ਅੰਦਰ ਪਵਿੱਤਰਤਾ ਆ ਰਹੀ ਹੈ। ਸੁਣ ਤੇ ਪੁਨੀਤ, ਜਦੋਂ ਹਿਰਦੇ ਦੇ ਵਿੱਚ ਪਵਿੱਤਰਤਾ ਜਾ ਰਹੀ ਹੈ, ਹੁਣ ਜੀਭ ਤੋਂ ਜਿਹੜੇ ਬਚਨ ਬੋਲੇ ਜਾ ਰਹੇ ਨੇ, ਕਹਿ ਤੇ ਪਵਿੱਤ, ਉਹ ਕਹਿਣ ਵਾਲੇ ਬੋਲ ਵੀ ਪਵਿੱਤਰ ਨੇ, ਮੈਲ ਰਹਿਤ ਨੇ, ਕਿਉਂਕਿ ਉਹ ਮੈਲ, ਉਹ ਬੋਲ ਕਿਸੇ ਨੂੰ ਮੈਲਾ ਨਹੀਂ ਕਰਦੇ। ਇੱਕ ਹੋਰ ਇੱਥੇ ਥੋੜ੍ਹੀ ਜਿਹੀ ਡੂੰਘਾਈ ਤੇ ਹੋਰ ਜਾਈਏ। ਅਸੀਂ ਮੂੰਹ ਚੋਂ ਕੋਈ ਇਹੋ ਜਿਹੇ ਬਚਨ ਕਹੀਏ, ਕਿਸੇ ਦਾ ਦਿਲ ਹਰਟ ਕਰ ਦੇਣ, ਕਿਸੇ ਨੂੰ ਪਰੇਸ਼ਾਨੀ ਦੇਣ, ਕੋਈ ਮਨੁੱਖ ਕ੍ਰੋਧੀ ਹੋ ਜਾਵੇ, ਕੋਈ ਮਨੁੱਖ ਅਹੰਕਾਰੀ ਹੋ ਜਾਵੇ, ਇਹਦਾ ਮਤਲਬ ਕਿ ਇਹ ਮੈਲੇ ਮੇਰੇ ਮੂੰਹ ਚੋਂ ਬਚਨਾਂ ਨੇ ਉਹਨੂੰ ਮੈਲਾ ਕਰ ਦਿੱਤਾ ਹੈ। ਪਰ ਜੇ ਮੇਰੇ ਮੂੰਹ ਤੋਂ ਬਚਨ ਨਿਰਮਲ ਨਿਕਲਣ, ਪ੍ਰਮਾਤਮਾ ਦੀ ਯਾਦ ਵਿੱਚ ਨਿਕਲਣ, ਕਈ ਵਾਰੀ ਖਿਆਲ ਕਰਨਾ, ਤੁਸੀਂ ਰੱਬ ਦੀਆਂ ਕੋਈ ਗੱਲਾਂ ਆਪਣੇ ਮਿੱਤਰਾਂ ਦੋਸਤਾਂ ਨਾਲ ਕਰਦੇ ਆ, ਉਹ ਤੁਹਾਨੂੰ ਕਹਿੰਦੇ ਭਾਈ ਸੁਣਾਈ ਜਾ, ਕਿਉਂਕਿ ਰੱਬ ਦੀ ਗੱਲ, ਪ੍ਰਮਾਤਮਾ ਦੇ ਗੁਣਾਂ ਦੀਆਂ ਕਹਾਣੀਆਂ, ਪ੍ਰਮਾਤਮਾ ਦੀ ਸਿਫਤ ਸਲਾਹ ਦੀ ਕਥਾ ਹਿਰਦੇ ਦੇ ਉੱਤੇ ਮਲਮ ਦਾ ਅਸਰ ਕਰਦੀ ਹੈ, ਕਿਉਂਕਿ ਮਨ ਦੂਸ਼ਿਤ ਹੈ, ਮਨ ਮੈਲਾ ਹੈ। ਤੇ ਜਦੋਂ ਮਨ ਉੱਤੇ ਸੱਚ ਦੀ ਗੱਲ ਦਾ ਅਸਰ ਹੁੰਦਾ ਹੈ, ਮੈਲ ਲੱਗਦੀ ਹੈ, ਤੇ ਅੰਦਰੋਂ ਗਿਆਨ ਦਾ ਚਾਨਣ ਹੋਣ ਲੱਗ ਪੈਂਦਾ ਹੈ। ਸਾਹਿਬ ਕਹਿੰਦੇ ਗੁਰ ਤੇ ਨਿਰਮਲ ਜਾਣੀ ਹੈ, ਨਿਰਮਲ ਦੇ ਸਰੀਰ। ਗੁਰੂ ਦੇ ਰਾਹੀਂ ਹੀ, ਗੁਰੂ ਜੀ ਦੀ ਮੱਤ ਤੇ ਚੱਲਿਆ ਹੀ ਪਵਿੱਤਰ ਪ੍ਰਮਾਤਮਾ ਦੇ ਨਾਮ ਰੂਪੀ ਜਲ ਦੇ ਨਾਲ ਸਾਂਝ ਪੈਂਦੀ ਹੈ। ਹੁਣ ਇੱਥੇ ਜਲ ਸ਼ਬਦ ਆਇਆ ਹੈ। ਹੁਣ ਜਲ ਦਾ ਸ਼ਬਦ ਮਤਲਬ ਇਹ ਨਹੀਂ ਕਿ ਅਸੀਂ ਪਾਣੀ ਵਾਲੇ, ਕਿਸੇ ਬਾਟੇ ਵਾਲੇ ਪਾਣੀ ਵਾਲੇ ਬੰਨੇ ਤੁਰ ਪਈਏ, ਭਾਈ ਵੀ ਕੋਈ ਬੋਤਲ ਦਾ ਪਾਣੀ ਹੈ ਉਹਦੇ ਵੱਲ ਤੁਰ ਪਈਏ, ਨਹੀਂ। ਇੱਥੇ ਜਲ ਦਾ ਮਤਲਬ ਆ ਗੁਰੂ ਦੇ ਸ਼ਬਦ ਦੀ ਵਿਚਾਰ ਚੋਂ ਪ੍ਰਾਪਤ ਹੋਇਆ ਗਿਆਨ ਦਾ ਰਸ। ਜਦੋਂ ਉਹ ਗਿਆਨ ਦਾ ਰਸ ਮੇਰੀ ਆਤਮਾ ਕਬੂਲ ਕਰਦੀ ਹੈ, ਮੇਰਾ ਮਨ ਕਬੂਲ ਕਰਦਾ ਹੈ, ਤੇ ਮੇਰੇ ਅੰਦਰ ਕੀ ਹੁੰਦਾ ਹੈ? ਪਵਿੱਤਰ ਵਿਚਾਰ ਪੈਦਾ ਹੁੰਦੇ ਨੇ। ਗੁਰ ਤੇ ਨਿਰਮਲ ਜਾਣੀ ਹੈ, ਗੁਰੂ ਜੀ ਦੇ ਮੱਤ ਤੇ ਚੱਲ ਕੇ ਹੀ ਨਿਰਮਲ ਗੁਰੂ ਦੇ ਸ਼ਬਦ ਦਾ, ਗੁਰੂ ਦੇ ਗਿਆਨ ਦੀ ਸੋਝੀ ਤੇ ਸਮਝ ਪੈਂਦੀ ਹੈ, ਨਿਰਮਲ ਦੇ ਸਰੀਰ। ਫਿਰ ਜਦੋਂ ਇਹ ਨਿਰਮਲ ਗੁਰੂ ਦੀ ਅੰਮ੍ਰਿਤਮਈ ਪਾਵਨ ਉਪਦੇਸ਼ ਗੁਰੂ ਜੀ ਦਾ ਜੀਵਨ ਵਿੱਚ ਜਾਂਦਾ ਹੈ, ਤੇ ਜਦੋਂ ਮਨ ਨਿਰਮਲ ਹੁੰਦਾ ਹੈ, ਅੰਦਰ ਸਾਂਝ ਨਿਰਮਲਤਾਈ ਦੀ ਪੈਂਦੀ ਹੈ, ਫਿਰ ਸਾਰੇ ਗਿਆਨ ਇੰਦਰੇ ਜੋ ਅਸੀਂ ਅੱਖਾਂ ਨਾਲ ਵੇਖਦੇ ਹਾਂ, ਕੰਨਾਂ ਨਾਲ ਸੁਣਦੇ, ਅੱਖਾਂ ਨਾਲ ਵੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਜੀਭ ਨਾਲ ਬੋਲਦੇ ਹਾਂ, ਇਹ ਜਿਤਨੇ ਵੀ ਸਾਡੇ ਗਿਆਨ ਤੇ ਸਮਝਣ ਦੇ ਇੰਦਰੇ ਨੇ, ਫਿਰ ਇਹ ਵੀ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਨੇ, ਕਿਉਂਕਿ ਮਨ ਜਿਹੜਾ ਨਿਰਮਲ ਹੋ ਜਾਂਦਾ ਹੈ, ਤੇ ਜਿਹੜਾ ਮਨ ਇਹਨਾਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਚਲਾਉਣ ਵਾਲਾ ਹੈ, ਡਰਾਈਵਰ ਆ, ਉਹ ਵੀ ਫਿਰ ਚੰਗੇ ਹੀ ਜਿਹੜੇ ਨੇ ਪਾਸੇ ਤੁਰਦਾ ਹੈ, ਜਿਹਦੇ ਨਾਲ ਇਹ ਗਿਆਨ ਇੰਦਰੇ ਚੰਗੀ ਉਸਤਤ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਯਾਦ ਇਹਦੇ ਜੀਵਨ ਵਿੱਚ ਲੈ ਕੇ ਆਉਂਦਾ ਹੈ, ਜਿਹਦੇ ਨਾਲ ਇਹ ਸਰੀਰ ਪਵਿੱਤਰ ਹੋ ਜਾਂਦਾ ਹੈ। ਗੁਰ ਤੇ ਨਿਰਮਲ ਜਾਣੀਐ, ਨਿਰਮਲ ਦੇ ਸਰੀਰ। ਫਿਰ ਕੀ ਹੁੰਦਾ ਹੈ? ਨਿਰਮਲ ਸਾਚੋ ਮਨ ਵਸੈ। ਫਿਰ ਮੈਲ ਤੋਂ ਰਹਿਤ ਸਦਾ ਇੱਥੇ ਰਹਿਣ ਵਾਲਾ ਸੱਚਾ ਪ੍ਰਮਾਤਮਾ
इस मन दे विच वस जांदा है। सो जाने अब पीर। हुण ये मनुख दा मन सदा वास्ते फिर हाज़र नाज़र परमात्मा नूं समझ जांदा है। फिर सारी मानवता दे विच, सारे संसार दे विच, सारी कुदरत दे विच वसदा कादर इहदे जीवन दे विच वसन लग पैंदा है। फिर इहदे अंदर सच दा प्रगटावा हो जांदा है ते विछोड़े दी तरफ खत्म हो जाती है ते पवित्रता हिरदे विच घर कर जाती है। पीर दा अर्थ आ हिरदे दी तड़फ, हिरदे दी पीड़ा। फिर परमात्मा जी समझ जाते ने ते परमात्मा दा याद इहदे जीवन विच वस जाती है। फिर अगलियां गल की हुंदी है, सहजै ते सुख अगलो ना लग जाम ना लागै जम तीर। क्षमा करना, थोड़ी जी जुकाम की प्रॉब्लम होने करके मेरे ख्याल दे विच गल थोड़ी जी दब के करनी पै रही है। जे आप जी नूं समझ आ रही है तो बड़ा मैं आप जी का धन्नवादी हाँ। कोशिश कर रहा हाँ ताकि गुरमत नूं खोल के समझा सकां, क्योंकि गुरबाणी के कई शब्द बड़े ही गहरे ने, बहुत उन्हां दे विचों चुभियां लाउणियां पैंदियां ने ताकि गुरमत साडे तक पहुँच सके। सहजे ते सुख अगलो ना लग जामे ना लागै जम तीर। सहजे ते, सहज की अवस्था तो, सहज की अवस्था की है? जिथे मन की चंचलता ही खत्म हो जाती है, जिथे मन आनंद ते खेड़े विच टिकण लग पैंदा है, जिहदे विच जीवन विच पेशेंस आ जाण, संतोख की बिरती आ जावे, परमात्मा दे उत्ते पूर्ण निश्चय भरोसा वध जावे, गुरु की मत ते जीवन तुरन लग पवे, उन्होंने कहते सहज। सब कहते जदों परमात्मा दा ज्ञान जीवन दे विच घर करदा है, गुरु की मत ते जीवन तुरदा है, अंदरों मैल विकारां दी लथदी है, जिस दी बरकत दे नाल मन सहज अवस्था विच टिक जांदा है। हुण चंचलताइयां जीवन विचों मिट जांदियां हन, सियाणपां करनियां, चतुराइयां विखाउणियां ये मिट जांदियां हन। हुण इहदे विचों की मिलदा है? फिर सहजे ते सुख अगलो। हुण इस सहज की अवस्था चों, इस सच ते संतोख की अवस्था तो मनुख दे अंदर चढ़दी कला उपजदी है, आनंद पैदा हुंदा है। मनुख दा मन जदों चंचल आ ना, इहदे विचों ही ईरखा है, इहदे विचों क्रोध है, कालापन आ। कालापन हमेशा ही इहदी बर्बादी का कारण आ। जिहदे अंदर सहज आ ना, उहदे बचन बड़े गंभीरता दे होणगे, बड़े डूंघे होणगे, उहदे बचनां तो इन्नी ताकत होवेगी कि दूसरे दे उत्ते वो बोले हुए बचन असर करनगे। उमरां दे पड़ाव नहीं जे मायने रखदे, गल चेते रखियो। गुरबाणी इस गल का दावा करती है, कोई मनुख बुढ़ा हो जावे, बजुर्ग हो जावे, पर ओदी बोली चंचलता दी होवे, ओदी बोली दे विच गंभीरता ना होवे, ओदा बुढ़ेपा किस काम दा? बुजुर्गताई गंभीरता की निशानी है, बुजुर्गताई डूंघाई की निशानी है। बुजुर्गताई दे बोल जिहड़े ने वो अचंचल ने, उन्हां विच गंभीरता है, उन्हां विच सहज है। किसे करके वो बुजुर्ग उही इज्जत प्राप्त करता है जिहदे बोलां दे विच सियाणप है, समझ है, उन्होंने पता है कि मैं किहड़े बोल कित्थे वरतने ने। ये बुजुर्गताई गुरु की मत ते चल के आउंदी है। जदों मनुख जीवन गुरु दे मत ते तोरदा है, सहजे ते सुख अगलो। फिर इस सहज दे विचों जदों सियाणपां चतुराइयां मिटदियां हन, फिर आत्मक सुख जीवन दे विच आउण लगदा है, जिन्हों आनंद कहिंदे ने, जिहदे विच सुख दुख दोवें बराबर नज़र आउण लग पैंदे ने। ना लागै जम तीर। फिर मनुख दे जीवन दे विच तीर दा अर्थ है जम दा तीर, मौत दा तीर। फिर मनुख दे जीवन विचों मौत दा डर रूपी तीर मुक जांदा है। फिर वो मौत दा डर नहीं उहदे जीवन विच रहिंदा, क्योंकि वो आत्मिक तौर ते इन्ना मजबूत हो जांदा है। फिर उहदी आत्मा दा ज़मीर मरदा ही नहीं, वो सच दे रस्ते ते तुरन दा अपने जीवन दा प्रण करदा है। भाई रे मैल नाही निर्मल जल नहाए। सतगुरु कहते हे मेरे वीर, इवें ही जदों मैल उतरदी है, जिवें निर्मल जल विच इशनान कीतियां, पवित्र पानी विच इशनान कीतियां, साफ पानी च इशनान कीतियां शरीर दी मैल उतरदी है, इवें ही गुरु शब्द विच तुरिया मन दी मैल उतरदी है।
निर्मल साचा एक तू होर मैल भरी सब जाए। मैल तो रहत केवल ਤਾਂ केवल सदा स्थिर रहन वाला परमात्मा है। बाकी जो कुछ असी परमात्मा ਨੂੰ ਵਿਸਾਰ ਕੇ ਇਸ ਜਗਤ ਦੀ ਪਕੜ ਦੇ ਵਿੱਚ ਫਸੇ ਹੋਏ ਹਾਂ, ਇਹ ਸਭ ਮੈਲ ਹੈ ਜੋ ਸਾਨੂੰ ਸੱਚ ਤੋਂ ਦੂਰ ਲੈ ਕੇ ਜਾ ਰਹੀ ਹੈ, ਸਾਡੇ ਅੰਦਰ ਮੋਹ, ਲਾਲਚ ਤੇ ਸਵਾਰਥ ਨੂੰ ਪੈਦਾ ਕਰ ਰਹੀ ਹੈ। हर का मंदिर सोहना किया करने हार। हर का मंदिर परमात्मा दा हिरदे रूपी ये सोहना घर, सब कहते ये तो बहुत निर्मल है, ये हिरदा मैल तो रहत है। किया करने हार, ये संसार ये निरंकार परमात्मा ने आप बनाया है, ये तो बड़ा निर्मल है। पर ਇਹਦੇ ਵਿੱਚ ਜਿਹੜਾ ਮਨੁੱਖ ਮੈਲੇ ਵਿਚਾਰ ਲੈ ਕੇ ਬੈਠਾ ਹੈ ਨਾ, ਉਹਨੇ ਇਹ ਸਭ ਕੁਝ ਗੰਦਾ ਕਰ ਦਿੱਤਾ ਹੈ। ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ। ਸਭ ਕਹਿੰਦੇ ਜਿਸ ਮਨੁੱਖ ਦੇ ਉੱਤੇ ਗੁਰੂ ਜੀ ਤਰੁੱਟ ਪੈਣ, ਜੋ ਗੁਰੂ ਦੀ ਮੱਤ ਤੇ ਗੁਰੂ ਦੇ ਸ਼ਬਦ ਤੇ ਤੁਰ ਪਵੇ, ਉਸ ਦੇ ਹਿਰਦੇ ਨੂੰ ਸੱਚਾ ਅਕਾਲ ਪੁਰਖ ਪ੍ਰਮਾਤਮਾ ਆਪ ਆਪਣੇ ਰਹਿਣ ਵਾਲਾ ਸਥਾਨ ਬਣਾ ਲੈਂਦਾ ਹੈ। ਗੱਲ ਪਕੜ 'ਚ ਆ ਜਾਵੇ, ਜਦੋਂ ਅਸੀਂ ਗੁਰੂ ਦੀ ਮੱਤ 'ਤੇ ਤੁਰ ਪਈਏ, ਗੁਰੂ ਜੀ ਦੇ ਸ਼ਬਦ ਨੂੰ ਫੋਲੋ ਕਰ ਲਈਏ ਤੇ ਗੁਰੂ ਜੀ ਦੇ ਗਿਆਨ ਦੇ ਰਾਹੀਂ ਆਪਣੇ ਜੀਵਨ ਨੂੰ ਸਵਾਰਨ ਵਾਲੇ ਰਸਤੇ 'ਤੇ ਤੁਰ ਪਈਏ, ਤੇ ਪ੍ਰਮਾਤਮਾ ਇਸ ਹਿਰਦੇ ਘਰ ਨੂੰ ਸੋਹਣਾ ਬਣਾ ਦਿੰਦਾ ਹੈ। ਕਿਉਂਕਿ ਇਸ ਹਿਰਦੇ ਘਰ ਵਿੱਚ ਫਿਰ ਨਿਰੰਕਾਰ ਪ੍ਰਮਾਤਮਾ ਜੀ ਆਪ ਆ ਵਸਦੇ ਹਨ। ਐਸੇ ਗੁਰਸਿੱਖ ਦਾ ਜੀਵਨ, ਉਹਦਾ ਕਿਰਦਾਰ, ਉਹਦੀ ਬੋਲੀ ਬੜੀ ਸਹਿਜ ਦੀ ਹੁੰਦੀ ਹੈ। ਉਹਦੇ ਅੰਦਰ ਸੱਚ ਵਸ ਜਾਂਦਾ ਹੈ, ਤੇ ਜਿਸ ਹਿਰਦੇ ਵਿੱਚ ਸੱਚ ਵਸ ਜਾਂਦਾ ਹੈ ਨਾ, ਜਿਸ ਮਨੁੱਖ ਦੇ ਅੰਦਰ ਪਵਿੱਤਰਤਾ ਵਸ ਜਾਂਦੀ ਹੈ, ਉਹ ਕਿਸੇ ਦਾ ਬੁਰਾ ਚਾਹੁੰਦਾ ਹੀ ਨਹੀਂ, ਕਿਸੇ ਦਾ ਮਾੜਾ ਕਰਦਾ ਹੀ ਨਹੀਂ। ਉਹਦੀ ਜ਼ਿੰਦਗੀ ਦੇ ਵਿੱਚ ਸਿਵਾਏ ਪ੍ਰਮਾਤਮਾ ਦੇ ਗੁਣਾਂ ਤੋਂ ਫਿਰ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਕਹਿ ਦਿੰਦੇ ਹਾਂ ਹੁਣ ਇਹ ਰੱਬ ਵਰਗਾ ਲੱਗਦਾ ਹੈ। ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ। ਰਵ ਦਾ ਅਰਥ ਹੈ ਸੂਰਜ, ਸਸ ਦਾ ਅਰਥ ਹੈ ਚੰਦਰਮਾ, ਦੀਪ ਦਾ ਅਰਥ ਆ ਇਹ ਜਿਤਨੇ ਦੇਸ਼, ਦੀਪ ਜਿਤਨੇ ਬ੍ਰਹਿਮੰਡ, ਜਿੰਨੇ ਇਹ ਸਾਰੇ ਆਮ ਕਰਕੇ ਜਿੰਨੇ ਅਸੀਂ ਖੰਡ ਬ੍ਰਹਿਮੰਡ ਜਿਹੜੇ ਨੇ ਇਹਨੂੰ ਦੀਪ ਕਹਿੰਦੇ। ਅਨੂਪ ਦਾ ਅਰਥ ਆ ਖੂਬਸੂਰਤ, ਜੋਤ ਜਗ ਚਾਨਣ ਗਿਆਨ। ਸਮੁੱਚੀ ਪੰਕਤੀ ਦੇ ਅਰਥ ਨੇ, ਇੱਥੇ ਸੂਰਜ ਜਿਹੜਾ ਪ੍ਰਤੀਕ ਆ ਨਾ, ਉਹ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਨ ਵਾਲੇ ਵਾਸਤੇ ਸ਼ਬਦ ਵਰਤਿਆ ਹੈ। ਸੱਸ ਜਿਹੜਾ ਚੰਦਰਮਾ ਸ਼ਬਦ ਇੱਥੇ ਵਰਤਿਆ ਹੈ, ਉਹਦਾ ਮਤਲਬ ਹੈ ਸ਼ੀਤਲਤਾ। ਸਤਿਗੁਰੂ ਜੀ ਕਹਿੰਦੇ ਦੀਪ ਦਾ ਅਰਥ ਆ ਦੀਵੇ, ਆਤਮਿਕ ਚਾਨਣ ਦੇਣ ਵਾਲੇ ਦੀਵੇ। ਅਨੂਪ ਦਾ ਅਰਥ ਆ ਬੇਮਿਸਾਲ, ਖੂਬਸੂਰਤ। ਜੋਤ ਤਿੰਨਾਂ ਭਵਨਾਂ ਵਿੱਚ ਪ੍ਰਕਾਸ਼ ਕਰਨ ਵਾਲੀ ਰੱਬੀ ਸੱਚ ਦੀ ਜੋਤ। ਸੋ ਅਰਥ ਨੇ ਸਮੁੱਚੀ ਪੰਕਤੀ ਦੇ, ਤਿੰਨਾਂ ਭਵਨਾਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਜੇ ਕੋਈ ਵਿਆਪਕ ਆ, ਉਹ ਬੇਅੰਤ ਪ੍ਰਮਾਤਮਾ ਵਾਹਿਗੁਰੂ ਦੀ ਅਨੂਪ ਤੇ ਸੁੰਦਰ ਤੇ ਖੂਬਸੂਰਤ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਦੇ ਵਿੱਚੋਂ ਪ੍ਰਮਾਤਮਾ ਦੀ ਸੱਚੀ ਤੇ ਸੁੱਚੀ ਜੋਤ ਵਸਦੀ ਹੈ। ਸਾਰਾ ਸੰਸਾਰ ਉਹਦੇ ਵਿੱਚ ਹੀ ਵਸ ਰਿਹਾ ਹੈ, ਤੇ ਉਸ ਦੇ ਅੰਦਰ ਸੂਰਜ ਤੇ ਚੰਦਰਮਾ ਮਾਨੋ ਇਹ ਦੋ ਦੀਵੇ ਨੇ ਜੋ ਜਗਦੇ ਪਏ ਨੇ। ਸੂਰਜ ਤੇ ਚੰਦਰਮਾ ਇਹ ਦੋ ਦੀਵੇ ਨੇ ਜੋ ਜਗ ਰਹੇ ਨੇ। ਸੂਰਜ ਉਦੈ ਹੁੰਦਾ ਹੈ, ਪ੍ਰਕਾਸ਼ ਦਿੰਦਾ ਹੈ, ਮਨੁੱਖ ਨੂੰ ਇਹ ਹਲੂਣਾ ਦਿੰਦਾ ਹੈ, ਵੇਖ ਰਾਤ ਦੀ ਅੰਧੇਰੀ ਰਾਤ ਤੋਂ ਬਾਅਦ ਚਾਨਣ ਹੈ ਗਿਆਨ ਦਾ, ਪ੍ਰਕਾਸ਼ ਦਾ। ਚੰਦਰਮਾ ਸ਼ੀਤਲਤਾ ਦਿੰਦਾ ਹੈ। ਸਤਿਗੁਰੂ ਕਹਿੰਦੇ ਇਹ ਦੋਵੇਂ ਦੀਵੇ ਮਨੁੱਖ ਦੇ ਅੰਦਰ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਨ ਵਾਲੇ ਗਿਆਨ ਦੇ ਸੂਰਜ, ਗਿਆਨ ਦਾ ਚਾਨਣ ਨੇ, ਜਿਹਦੇ ਨਾਲ ਮਨੁੱਖ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਦੀ ਜਿਹੜੀ ਤਪਸ਼ਿਆ ਨਾ, ਜਿਹਦੇ ਨਾਲ ਇਹ ਮਨ ਦੇ ਵਿੱਚ ਹਮੇਸ਼ਾ ਚੰਚਲਤਾ ਬਣੀ ਰਹਿੰਦੀ ਹੈ,
ਇਹ ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਮੱਤ 'ਤੇ ਚੱਲ ਕੇ ਇਸ ਸੱਚ ਰੂਪੀ ਚੰਦਰਮਾ ਦੇ ਨਾਲ, ਗਿਆਨ ਰੂਪੀ ਸੂਰਜ ਦੇ ਨਾਲ ਇਹ ਠੰਡੀ ਹੋ ਗਈ ਹੈ ਤੇ ਹੁਣ ਮਨ ਵਿੱਚ ਨਿਰਮਲਤਾ ਹੀ ਹੈ, ਪਵਿੱਤਰਤਾ ਹੀ ਹੈ। ਹਾਟ ਪਟਨਗੜ ਕੋਠੜੀ ਸੱਚ ਸੌਦਾ ਵਪਾਰ। ਤੇ ਪਟਨ ਦਾ ਅਰਥ ਹੈ ਸ਼ਹਿਰ, ਗੜ ਦਾ ਅਰਥ ਹੈ ਕਿਲੇ, ਹਾਟ ਦਾ ਅਰਥ ਹੈ ਹੱਟੀ। ਸਾਹਿਬ ਕਹਿੰਦੇ ਜਿਹੜਾ ਇਹ ਸੱਚ ਦਾ, ਜਿਹੜਾ ਇਹ ਸਰੀਰ ਰੂਪੀ ਸ਼ਹਿਰ ਆ ਨਾ, ਜਿਹਦੇ ਵਿੱਚ ਇੱਕ ਬੜਾ ਵੱਡਾ ਕਿਲਾ ਇਹਨਾਂ ਵਿਕਾਰਾਂ ਨੇ ਬਣਾਇਆ ਹੋਇਆ ਹੈ, ਹੁਣ ਇਸ ਸੱਚ ਰੂਪੀ ਗਿਆਨ ਦੇ ਚਾਨਣ ਨੇ, ਸੱਚ ਰੂਪੀ ਸੌਦੇ ਨੇ, ਜਦੋਂ ਗੁਰੂ ਦਾ ਸਿੱਖ ਗੁਰੂ ਦੀ ਮੱਤ 'ਤੇ ਚੱਲ ਕੇ ਸੱਚ ਦਾ ਸੌਦਾ ਆਪਣੇ ਇਸ ਹਿਰਦੇ ਘਰ ਵਿੱਚ ਲੈ ਕੇ ਜਾਂਦਾ ਹੈ, ਇਹਦੇ ਨਾਲ ਇਹ ਸੱਚ ਦਾ ਸ਼ਹਿਰ ਆਪਣੇ ਹਿਰਦੇ ਘਰ ਵਿੱਚ ਵਸਾਉਂਦਾ ਹੈ। ਕੂੜ ਦਾ ਕਿਲਾ ਟੁੱਟਦਾ ਹੈ ਤੇ ਜੀਵਨ ਦੇ ਵਿੱਚ ਸੱਚ ਦੀ ਕੋਠੜੀ ਦਾ ਅਹਿਸਾਸ ਹੁੰਦਾ ਹੈ, ਜਿਹਨੂੰ ਸੱਚੇ ਪਾਤਸ਼ਾਹ ਜੀ ਆਸਾ ਕੀ ਵਾਰ ਵਿੱਚ ਵੀ ਕਹਿੰਦੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰਾ ਸੰਸਾਰ ਸੱਚ ਦੀ ਕੋਠੀ ਹੈ, ਜਿਹਦੇ ਵਿੱਚ ਸੱਚ ਪ੍ਰਮਾਤਮਾ ਵਸਦਾ ਹੈ। ਗਿਆਨ ਅੰਜਨ ਭੈ ਭੰਜਨਾ, ਦੇਖ ਨਿਰੰਜਨ ਪਾਏ। ਅੰਜਨ ਦਾ ਅਰਥ ਹੁੰਦਾ ਸੁਰਮਾ, ਕਾਲਕ ਜਿਹਨੂੰ ਕਹਿ ਲਈਏ। ਹੁਣ ਇੱਥੇ ਬੜਾ ਧਿਆਨਪੂਰਵਕ ਬਚਨ ਨੇ, ਗੁਰਬਾਣੀ ਬਹੁਤ ਅਹਿਸਾਸ ਕਰਾਉਂਦੀ ਹੈ ਸਾਨੂੰ। ਸਤਿਗੁਰੂ ਜੀ ਤੇ ਸ਼ਬਦ ਵਰਤ ਰਹੇ ਨੇ, ਗਿਆਨ ਅੰਜਨ ਭੈ ਭੰਜਨਾ, ਦੇਖ ਨਿਰੰਜਨ ਪਾਏ। ਹੁਣ ਇੱਕ ਬੰਨੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਕਾਲਕ ਲਾਉਣੀ ਹੈ ਜੀਵਨ ਦੇ ਵਿੱਚੋਂ ਤੇ ਜੀਵਨ ਵਿੱਚ ਪਵਿੱਤਰਤਾ ਲੈ ਕੇ ਆਉਣੀ ਹੈ। ਹੁਣ ਇੱਥੇ ਗਿਆਨ ਨੂੰ ਅੰਜਨ ਸ਼ਬਦ ਨਾਲ ਜੋੜ ਰਹੇ ਨੇ। ਅੰਜਨ ਦਾ ਅਰਥ ਹੈ ਕਾਲਕ, ਕਾਲਕ ਦਾ ਇੱਥੇ ਪ੍ਰਤੀਕ ਹੈ ਸੁਰਮਾ। ਜਦੋਂ ਆਪਾਂ ਆਪਣੀਆਂ ਅੱਖਾਂ ਦੇ ਵਿੱਚ ਕੱਜਲ ਲਾਉਂਦੇ ਆ ਜਾਂ ਸੁਰਮਾ ਲਾਉਂਦੇ ਆ, ਕਿਉਂ ਲਾਉਂਦੇ ਆ? ਸਾਡੀ ਵੇਖਣ ਦੀ ਸ਼ਕਤੀ ਵੱਧ ਜਾਵੇ, ਸਾਡੇ ਅੱਖਾਂ ਸਾਫ਼ ਹੋ ਜਾਣ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਜਦੋਂ ਤੂੰ ਆਪਣੇ ਜੀਵਨ ਨੂੰ ਤੋਰਦਾ ਹੈ, ਫਿਰ ਕੀ ਹੁੰਦਾ ਹੈ? ਪੈ ਭੰਜਨ ਦੇਖ ਨਿਰੰਜਨ ਪਾਏ। ਗਿਆਨ ਅੰਜਨ ਪੈ ਭੰਜਨਾ, ਦੇਖ ਨਿਰੰਜਨ ਪਾਏ। ਜਦੋਂ ਤੂੰ ਪ੍ਰਮਾਤਮਾ ਦੀ ਰਜ਼ਾ ਤੇ ਭਾਣੇ ਵਿੱਚ, ਹੁਕਮ ਦੇ ਵਿੱਚ ਤੁਰਦਾ ਹੈ, ਫਿਰ ਤੇਰੇ ਅੰਦਰ ਸੱਚ ਦੇ ਗਿਆਨ ਦੀ ਚਾਨਣ ਆਉਂਦਾ ਹੈ। ਜਦੋਂ ਤੂੰ ਆਪਣੀਆਂ ਇਹਨਾਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਲਾਉਣਾ ਹੈ, ਸੱਚ ਦਾ ਸੁਰਮਾ ਲਾਉਣਾ ਹੈ, ਫਿਰ ਤੇਰੇ ਜੀਵਨ ਦੇ ਵਿੱਚੋਂ ਸਾਰੀਆਂ ਦੁੱਖ ਤਕਲੀਫਾਂ, ਵਿਕਾਰਾਂ ਦੇ ਡਰ, ਝੋਰੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਭੈ ਭੰਜਨਾ ਸਭ ਨਾਸ਼ ਹੋ ਜਾਂਦੇ ਨੇ। ਦੇਖ ਨਿਰੰਜਨ ਪਾਏ, ਤੇ ਸਾਰਿਆਂ ਵਿੱਚ ਵਸਦਾ, ਸਾਰਿਆਂ ਦੇ ਵਿੱਚ ਟਿਕਿਆ, ਕਾਲਕ ਤੋਂ ਰਹਿਤ, ਮਾਇਆ ਤੋਂ ਰਹਿਤ ਸੋਹਣਾ ਪ੍ਰਮਾਤਮਾ ਤੈਨੂੰ ਨਜ਼ਰ ਆਉਂਦਾ ਹੈ। ਤੂੰ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਡੁੱਬ ਜਾਣਾ ਹੈ। ਗੁਪਤ ਪ੍ਰਗਟ ਸਭ ਜਾਣੀਐ, ਜੇ ਮਨ ਰਾਖੈ ਠਾਏ। ਕਹਿੰਦੇ ਫਿਰ ਜਿਹੜਾ ਮਨੁੱਖ ਆਪਣੇ ਮਨ ਨੂੰ ਗੁਰੂ ਸ਼ਬਦ ਤੇ ਚੱਲ ਕੇ, ਗੁਰੂ ਜੀ ਦੀ ਮੱਤ ਤੋਂ ਪ੍ਰੇਰਿਤ ਹੋ ਕੇ ਪ੍ਰਮਾਤਮਾ ਦੇ ਵਿੱਚ ਲੀਨ ਕਰ ਲੈਂਦਾ ਹੈ, ਫਿਰ ਉਹਨੂੰ ਹਰ ਜਗ੍ਹਾ ਪ੍ਰਮਾਤਮਾ ਦਾ ਟਿਕਾਣਾ, ਪ੍ਰਮਾਤਮਾ ਦਾ ਥਾਂ ਨਜ਼ਰ ਆਉਣ ਲੱਗ ਪੈਂਦਾ ਹੈ। ਜਿਹੜਾ ਪ੍ਰਮਾਤਮਾ ਗੁਪਤ ਰੂਪ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰਗਟ ਹੈ, ਫਿਰ ਉਹਨੂੰ ਆਪਣੇ ਮਨ ਵਿੱਚ ਵਸਦਾ, ਆਪਣੇ ਮਨ ਵਿੱਚ ਟਿਕਦਾ ਦਿਸਣ ਲੱਗ ਪੈਂਦਾ ਹੈ। ਫਿਰ ਉਹਨੂੰ ਇਸ ਜਗਤ ਦੇ ਵਿੱਚ ਵੀ ਨਿਰੰਕਾਰ ਦੀ ਹੋਂਦ ਸਮਝ ਆਉਣ ਲੱਗ ਪੈਂਦੀ ਹੈ। ਐਸਾ ਸਤਿਗੁਰੂ ਜੇ ਮਿਲੈ, ਤਾਂ ਸਹਿਜੇ ਲੈ ਮਿਲਾਏ। ਸਭ ਕਹਿੰਦੇ ਐਸਾ ਸੋਹਣਾ ਸੱਚਾ ਗਿਆਨ ਦਾ ਗੁਰੂ, ਜੋ ਅਗਿਆਨਤਾ ਤੋਂ ਬਾਹਰ ਕੱਢਣ ਵਾਲਾ ਹੈ ਨਾ, ਮੈਂ ਬੜਾ ਕਿਸਮਤ ਵਾਲਾ ਹਾਂ, ਮੈਨੂੰ ਮਿਲ ਗਿਆ ਹੈ, ਜਿਹਦੇ ਨਾਲ ਮੇਰੇ ਜੀਵਨ ਦੇ ਵਿੱਚ ਸਹਿਜ ਆ ਗਿਆ ਹੈ। ਗੁਰੂ ਦੀ ਮੱਤ, ਗੁਰੂ ਸ਼ਬਦ ਤੇ ਚੱਲ ਕੇ ਫਜ਼ੂਲ ਦੀ ਦੌੜ, ਜਿਹੜੀ ਵਿਕਾਰਾਂ ਦੇ ਪਿੱਛੇ ਲੱਗ ਕੇ ਪਹਿਲਾਂ ਦੌੜਦਾ ਸੀ ਨਾ, ਜਿਹੜੀਆਂ ਇਹ ਅੱਖ ਕੰਨ ਵਿਕਾਰਾਂ ਦੀ ਦੁਨੀਆ ਵਿੱਚ ਘੁੰਮਦੇ ਸਨ, ਹੁਣ ਵਸ ਵਿੱਚ ਆ ਗਏ ਨੇ। ਹੁਣ ਜੀਵਨ 'ਚ ਸੰਤੋਖ ਹੈ, ਸਬਰ ਹੈ, ਹੁਣ ਸੱਚ ਦੇ ਰਸਤੇ ਤੇ ਜੀਵਨ ਤੁਰਦਾ ਹੈ। ਮੈਂ ਵਡਭਾਗਾ ਹਾਂ, ਮੈਨੂੰ ਐਸਾ ਸੋਹਣਾ ਸੱਚਾ ਗੁਰੂ, ਗੁਰੂ ਗ੍ਰੰਥ ਸਾਹਿਬ ਮਿਲਿਆ ਹੈ,
जिन्हें मेरी जिंदगी संवार दी है ते मैनू आत्मिक तौर पर मजबूत कर दिता है। कस कसवटी लाई है परखै हित चित लाए। कस का अर्थ है सोना, कसवटी का अर्थ है कसौटी, लाईए का अर्थ है लाई दी है। कहते जिवें तुसीं सुनियार कोल जाओ सोना लैके, उस सोने नूं कसौटी लाउंदा है कि भाई ये कच्चा है कि सच्चा है, इस सोने विच कोई मिलावट तो नहीं। कहते इवें ही गुरु है। जदों तुसीं गुरु जी दे कोल बहिने आ ना, गुरु दी मत लैने आ, ते सतगुरु जी भी सानू कसौटी लाउंदा है, साडे जीवन दे विच कसवट्टी लाउंदा है। जदों साडे जीवन विच कई वारी दुख आउंदे ने, एक कसवट्टी है ये परखण दी कि ये सच्चा है कि हजे भी ये डोलदा है। ये परखण दी कसवट्टी है। तुसीं इतिहास पढ़ के देख लो, कैसे सूरबीर सिंघां दा इतिहास आ। सिखा जंगलों दे विच ते सिख रहिंदे घोड़ियां दीयां काठियां ते सौंदे, पर आत्मिक तौर ते इन्ने मजबूत ने दुनिया की कोई हुकूमत नहीं उन्होंने खरीद सकी। छोटे साहिबजादे नीआं दे विच ते खलोते ने, इस तो वड्डा दुख की होवेगा। किसी दे गोडे तराश दिते जाण, दीवारां विच चिण दिता जावे, किते उस दर्द उस तकलीफ नूं महसूस करके देखो, सानू अपना दुख बहुत थोड़ा नज़र आवेगा। पर उहदे विच भी आत्मिक तौर ते इन्नी मजबूती है, आत्मा इन्नी मजबूत है कि उस कसवट्टी नूं बर्दाश्त करन दी शक्ति है उन्हां साहिबजादियां दे विच कि वो नहीं डोलदे, वो नहीं डिगदे। यह है सच दी कसवट्टी। कस कसवट्टी लाई है परखे हित चित लाए। कहते जिवें सोने नूं परखण दे लई कसवट्टी लाई दी है, तेवें करतार परमात्मा अपने पैदा कीते बंदियां ते आत्मिक जीवन नूं बड़े प्यार ते ध्यान दे नाल वाचदा है ते परखदा है। फिर की हुंदा है, खोटे ठौर ना पायनी खरे खजाने पाए। जिहड़े इंसान खोटी मत वाले रह जाते हैं, जिन्हां दे अंदर जमीर मर जाते हैं, जिन्हां दी जिंदगी सवेर तो लैके शाम तक हर वक्त विकारां विच चलदी है, दूजियां दा बुरा करन विच चलदी है, ईरखा नफरत नूं पालदे ने, जिहड़े सब कहते वो खोटे रह जाते हैं। उन्होंने थां नहीं मिलता परमात्मा के घर विच। खरे खजाने पाए, तो जिहड़े खरे ने, जिहड़े बिल्कुल साफ सुथरे ने, जिन्होंने गुरु की मत ते चल के अपने जीवन नूं सवार लिया है, सच का रस्ता अपना लिया है, वो परमात्मा के खजाने विच शामिल हो जाते हैं। आस अंदेशा दूर कर इउं मल जाए समाए। बड़ा प्यारा बचन आ। साहब कहते भाई सब तो पहला जे तू निर्मल होना चाहुंदा, आ बेफजूल दियां आशा जिहड़ियां तू रख के बैठा है ना, कदी किसे ते टेक धरी है, कदी किसे दी मुथाजी करदा है, ये सब तो पहला आशावां जीवन विचों दा। अपने जीवन दे विचों ये विकारां नूं दूर कर। जदों तू इवें करेगा ना, आस अंदेशा दूर कर, जदों तू गुरु जी की शरण विच पै के अपने अंदरों दुनिया वालियां आसा ते सहम कढ़ देवेगा ना, इस उद्यम दे नाल इउं मल जाए समाए, इस उद्यम करन दे नाल मन दी विकारां दी मैल दूर हो जावेगी ते ये मन सदा वास्ते परमात्मा दे गुणा रूपी चरनां दे विच लीन हो जावेगा। सुख को मांगै सब को, दुख न मांगै कोई। कमा लिया। सतगुरु बिल्कुल हकीकी सच सामने रख रहे। सब कहते मैं दुनिया नूं घोक के समझ के वेखिया, हर कोई सुख मंगदा है, हर कोई यही अरदासां कर रहा है, मैनू सुख चाहिए, मैनू सुख चाहिए, दुख ना मांगे कोई भी नहीं चाहता मैं दुखी होवां, मैनू दुख लगे। पर साहब कहते ये हकीकी सच है, सुख है को दुख अगला, मनमुख बूझ ना होए। पर साहब कहते ये गल भली भांत समझ लो, जिहड़े अज सुखां दी जिंदगी विच जीव रहे आ ना, आउण वाला समा दुखां दा भरिआ है, क्योंकि ये सुख
ਦੁੱਖ ਇਹ ਦੋਵੇਂ ਸਰੀਰ ਦੇ ਨਾਲ ਚੱਲਣੇ ਨੇ। ਜਿਹੜੇ ਮਨੁੱਖ ਮਾਇਕ ਸੁੱਖ ਨੂੰ ਸੁੱਖ ਸਮਝ ਕੇ ਬੈਠੇ ਨੇ ਨਾ, ਸਭ ਕਹਿੰਦੇ ਦਰਅਸਲ ਉਹ ਦੁੱਖ ਰੂਪੀ ਫਲ ਬਹੁਤ ਉਹ ਭੋਗ ਰਹੇ ਹਨ। ਬਹੁਤਾਤ ਜੀਵਨ ਤੁਸੀਂ ਝਾਤੀ ਮਾਰ ਕੇ ਦੇਖ ਲਿਓ। ਸਾਡੀ ਜ਼ਿੰਦਗੀ ਦੀ ਨਾ ਇੱਕ ਸਵੱਟੀ ਅਸੀਂ ਸੋਚਦੇ ਹਾਂ ਭਾਈ ਜਿਹਦਾ ਬੜਾ ਵੱਡਾ ਬੰਗਲਾ ਹੈ, ਬੜਾ ਵੱਡਾ ਉਹਦੇ ਕੋਲ ਖੇਤ ਖਲਿਆਣ ਆ, ਬੜੀਆਂ ਮਹਿੰਗੀਆਂ ਗੱਡੀਆਂ ਨੇ ਉਹਦੇ ਕੋਲ, ਬੜਾ ਸੁਖੀ ਹੋਵੇਗਾ, ਆਰਾਮ ਨਾਲ ਸੌਂਦਾ ਹੋਵੇਗਾ, ਇਹ ਤੋਂ ਵੱਡਾ ਸੁੱਖ ਕੀ ਹੋਵੇਗਾ। ਸਤਿਗੁਰੂ ਕਹਿੰਦੇ ਮੈਂ ਵੀ ਇਸ ਗੱਲ ਦਾ ਇੱਕ ਵਾਰੀ ਵਿਚਾਰ ਕੀਤੀ। ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਸਭ ਕਹਿੰਦੇ ਕਿਸੇ ਵੀ ਘਰ ਵਿੱਚ ਝਾਤੀ ਮਾਰ ਕੇ ਵੇਖ ਲਓ, ਭਾਵੇਂ ਉਹ ਬੰਗਲਿਆਂ ਵਾਲੇ ਨੇ, ਭਾਵੇਂ ਉਹ ਅਮੀਰ ਨੇ, ਇਹ ਦੁੱਖ ਉਹਨਾਂ ਦੇ ਘਰ ਵੀ ਹੈ। ਕਿਉਂਕਿ ਇਹ ਤੋਂ ਕੋਈ ਵੀ ਨਹੀਂ ਬਚਿਆ, ਇਹ ਤੋਂ ਕੋਈ ਵੀ ਨਹੀਂ ਬਚਿਆ। ਕਿਉਂਕਿ ਜੋ ਅੱਜ ਅਸੀਂ ਪਦਾਰਥਾਂ ਨੂੰ ਇਕੱਠਾ ਕਰਕੇ ਸੋਚ ਰਹੇ ਹਾਂ ਕਿ ਇਹ ਸੁੱਖ ਦੇਣਗੇ, ਸਤਿਗੁਰੂ ਕਹਿੰਦੇ ਇਹ ਦੁੱਖ ਦੇਣਗੇ। ਪਹਿਲਾ ਮਨੁੱਖ ਸਰੀਰੀ ਤੌਰ ਤੇ ਮਿਹਨਤ ਕਰਦਾ ਸੀ, ਸਦਾ ਮਾਨਸਿਕ ਤੌਰ ਤੇ ਮਜ਼ਬੂਤ ਰਹਿੰਦਾ ਸੀ। ਅੱਜ ਹਰ ਚੀਜ਼ ਬਟਨ ਤੇ ਚੱਲਦੀ ਹੈ, ਪੱਖਾ ਬਟਨ ਤੇ, ਏਸੀਆਂ ਦੇ ਵਿੱਚ ਰਹਿਣਾ। ਕਿਤੇ ਜ਼ਿੰਦਗੀ ਆਪਣੀ ਸਰੀਰ ਨੂੰ ਪੁੱਛ ਕੇ ਦੇਖੋ ਕਿਤਨੀਆਂ ਬਿਮਾਰੀਆਂ ਦੇ ਨਾਲ ਭਰਿਆ ਪਿਆ। ਇੰਨੀ ਅਸੀਂ ਰੋਟੀ ਨਹੀਂ ਖਾਂਦੇ ਜਿੰਨੀਆਂ ਦਵਾਈਆਂ ਖਾਂਦੇ ਆ, ਕਿਉਂਕਿ ਅੱਜ ਜ਼ਿੰਦਗੀ ਦਵਾਈ ਦੇ ਪਿੱਛੇ ਤੁਰ ਪਈ ਹੈ। ਅੱਜ ਜ਼ਿੰਦਗੀ ਗੁਰਮਤ ਤੋਂ ਛੱਡ ਕੇ ਮੈਡੀਸਿਨ ਦੇ ਲਾਗੇ ਲੱਗ ਗਈ ਹੈ, ਕਿਉਂਕਿ ਅੰਦਰ ਇਤਨੇ ਕੁ ਰੋਗ ਨੇ, ਅੰਦਰ ਇਤਨੀਆਂ ਕੁ ਤਕਲੀਫਾਂ ਨੇ, ਅੰਦਰ ਇੰਨੇ ਕੁ ਦੁੱਖ ਨੇ। ਡਿਪਰੈਸ਼ਨ 'ਚ ਆ ਕੋਈ ਕਿਸੇ ਤਰੀਕੇ ਦੀ ਬਿਮਾਰੀ ਦੇ ਵਿੱਚ ਹੈ। ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਸੁਣਨ ਨੂੰ ਮਿਲਦੀਆਂ, ਜਿਹੜੀਆਂ ਕਦੀ ਸੁਣੀਆਂ ਵੀ ਨਹੀਂ। ਇਹ ਸਭ ਕੁਝ ਮਨੁੱਖ ਦੀ ਉਸ ਕੰਫਰਟ ਜ਼ੋਨ ਵਿੱਚ ਰਹਿ ਗਿਆ। ਸਭ ਕਹਿੰਦੇ ਵੇਖਣ ਨੂੰ ਜ਼ਿੰਦਗੀ ਸੁੱਖਾਂ ਦੀ ਹੈ, ਪਰ ਉਹਦੇ ਉੱਪਰ ਦੁੱਖ ਰੂਪੀ ਫਲ ਲੱਗ ਰਹੇ ਨੇ। ਮਨਮੁਖ ਬੂਝ ਨਾ ਪਾਏ, ਪਰ ਮਨ ਦੀ ਮੱਤ ਪਿੱਛੇ ਲੱਗਾ ਹੋਇਆ ਇਹ ਮਨੁੱਖ ਇਸ ਨੂੰ ਬੁੱਝ ਹੀ ਨਹੀਂ ਪਾ ਰਿਹਾ, ਇਹ ਸਮਝ ਹੀ ਨਹੀਂ ਪਾ ਰਿਹਾ ਕਿ ਮੈਂ ਜਿਹਨੂੰ ਸੁੱਖ ਸਮਝ ਕੇ ਬੈਠਾ ਵਾਂ ਨਾ, ਇਹ ਦੁੱਖ ਨੇ, ਇਹ ਮੇਰੇ ਵਾਸਤੇ ਤਸੀਹੇ ਨੇ, ਇਹ ਰੋਗ ਨੇ। ਸੁਖ ਦੁੱਖ ਸਮ ਕਰ ਜਾਣੀਐ, ਸ਼ਾਬਦ ਭੇਦ ਸੁਖ ਹੋਏ। ਬੜੇ ਪਿਆਰੇ ਬਚਨ ਨੇ। ਸੁਖ ਦੁੱਖ ਸਮ ਕਰ, ਸਮ ਦਾ ਅਰਥ ਹੈ ਬਰਾਬਰ, ਬੈਲੈਂਸ ਕਰਕੇ, ਇੱਕੋ ਜਿਹੇ। ਜਾਣੀਏ ਦਾ ਅਰਥ ਹੈ ਸਮਝ ਲਏ। ਸਭ ਕਹਿੰਦੇ ਅਸਲ ਵਿੱਚ ਦੁਨੀਆ ਦੇ ਸੁੱਖ ਤੇ ਦੁੱਖ ਇੱਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਜਿੱਦਣ ਅਸੀਂ ਇਹ ਸਮਝਣ ਲੱਗ ਪਏ ਨਾ ਕਿ ਜੇ ਸੁੱਖ ਆਇਆ ਤੇ ਦੁੱਖ ਵੀ ਹੈ, ਦੁੱਖ ਹੈ ਤੇ ਸੁੱਖ ਵੀ ਹੈ, ਗੁਰਮਤ ਦੋਨਾਂ ਨੂੰ ਬੈਲੈਂਸ ਕਰ ਦਿੰਦੀ ਹੈ। ਗੁਰੂ ਦੀ ਮੱਤ ਤੇ ਚੱਲਣ ਵਾਲਾ ਆਪਣੀ ਜ਼ਿੰਦਗੀ ਨੂੰ ਬੈਲੈਂਸ ਕਰ ਲੈਂਦਾ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੁਸੀਂ ਸ਼ਬਦਾਂ ਨੂੰ ਪੜ੍ਹੋ, ਬਚਨਾਂ ਨੂੰ ਪੜ੍ਹੋ, ਬੜਾ ਸਤਿਗੁਰੂ ਡੀਪਲੀ ਸਮਝਾਉਂਦੇ ਨੇ। ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਕਹਿੰਦੇ ਦੁੱਖ ਆ ਗਿਆ ਹੈ, ਪਰ ਉਸ ਦੁੱਖ ਦੇ ਵਿੱਚ ਇਤਨਾ ਮਜ਼ਬੂਤ ਹੈ ਕਿ ਉਹ ਦੁੱਖ ਦੇ ਵਿੱਚ ਆਪਣਾ ਹੌਸਲਾ, ਆਪਣੀ ਹਿੰਮਤ ਨਹੀਂ ਛੱਡਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਨ। ਉਹਦੀ ਜ਼ਿੰਦਗੀ ਇਤਨੀ ਉੱਚੀ ਹੈ, ਜਦੋਂ ਮਨੁੱਖ ਵੇਖਦਾ ਹੈ ਦੁੱਖ ਦੇ ਵਿੱਚ ਵੇਖਦਾ ਹੈ। ਤੋ ਸਾਹਿਬ ਕਹਿੰਦੇ ਦੁੱਖ ਦੇ ਵਿੱਚ ਵੀ ਜਿਹੜਾ ਇਤਨਾ ਇਮਾਨਦਾਰ ਆ, ਕੋਈ ਉਹਨੂੰ ਸੋਨੇ ਨਾਲ ਖਰੀਦਣਾ ਚਾਹਵੇ ਤਾਂ ਵੀ ਨਾ ਵਿਕੇ, ਤੇ ਉਸ ਦੁੱਖ ਦੇ ਵਿੱਚ ਵੀ ਆਤਮਿਕ ਤੌਰ ਤੇ ਚੜ੍ਹਦੀ ਕਲਾ ਵਿੱਚ ਰਵੇ, ਸਮਝ ਲੈਣਾ ਉਹ ਸੂਰਮਾ ਹੈ, ਉਹ ਬਹਾਦਰ ਆ, ਜਿਹਨੇ ਉਸ ਦੁੱਖ ਦੇ ਭੇਦ ਨੂੰ ਜਾਣ ਲਿਆ ਹੈ। ਸੁੱਖ ਦੁੱਖ ਦੋਨੋਂ, ਸੁੱਖ ਦੁੱਖ ਸਮ ਕਰ ਜਾਣੀਐ। ਕਹਿੰਦੇ ਜਿਹੜੇ ਸੁੱਖ ਤੇ ਦੁੱਖ ਨੂੰ ਇੱਕੋ ਜਿਹਾ ਸਮਝਣ ਲੱਗ ਪੈਂਦੇ ਆ ਨਾ, ਸ਼ਬਦ ਭੇਦ ਸੁੱਖ ਹੋਏ। ਅਸਲ ਵਿੱਚ ਆਤਮਿਕ ਸੁੱਖ ਉਦੋਂ ਹੀ ਮਿਲਦਾ ਹੈ ਜਦੋਂ ਗੁਰੂ ਦੀ ਮੱਤ ਤੇ ਅਸੀਂ ਚੱਲਦੇ ਹਾਂ, ਗੁਰਬਾਣੀ ਨੂੰ ਸਮਝਦੇ ਹਾਂ, ਗੁਰੂ ਸ਼ਬਦ ਨੂੰ ਫੋਲੋ ਕਰਦੇ ਹਾਂ। ਤੇ ਜਦੋਂ ਗੁਰੂ ਦਾ ਸ਼ਬਦ ਮਨ ਨੂੰ ਵਿੰਨ ਜਾਂਦਾ ਹੈ, ਮਨ ਉਹਦੇ ਉੱਪਰ ਤੁਰ ਪੈਂਦਾ ਹੈ, ਤੇ ਮਨ ਨੂੰ ਦੁਨੀਆ ਦੀਆਂ ਮੌਜਾਂ ਤੋਂ ਇਹ ਗੁਰੂ ਦਾ ਸ਼ਬਦ ਨੱਥ ਪਾ ਲੈਂਦਾ ਹੈ। ਫਿਰ ਮਨੁੱਖ ਵਿਕਾਰਾਂ ਦੇ ਵਿੱਚ ਜ਼ਿੰਦਗੀ ਨਹੀਂ ਜਿਉਂਦਾ। ਫਿਰ ਉਹਨੂੰ ਸਮਝ ਪੈ ਜਾਂਦੀ ਹੈ ਇਹ ਜੋ ਕੁਝ ਮੈਂ ਵੇਖ ਰਿਹਾ ਇਹ ਅੱਜ ਹੈ, ਕੱਲ ਨਹੀਂ ਹੋਵੇਗਾ। ਜੇ ਕੋਈ ਸਦੀਵੀ ਮੇਰੇ ਨਾਲ ਰਹਿਣ ਵਾਲਾ ਹੈ, ਉਹ ਪਰਮਾਤਮਾ ਹੈ, ਉਹਦਾ ਹੁਕਮ ਹੈ। ਵੇਦ ਪੁਕਾਰੇ ਵਾਚੀਐ, ਬਾਣੀ ਬ੍ਰਹਮ ਪਿਆਸ।
ਸਭ ਕਹਿੰਦੇ ਐਸਾ ਕਿਹਾ ਜਾਂਦਾ ਹੈ ਵੇਦਾਂ ਦੀ ਰਚਨਾ ਕਰਨ ਵਾਲਾ ਬਿਆਸ ਹੈ, ਪਰ ਬਿਆਸ ਵਰਗੇ ਵੀ ਰਿਸ਼ੀ ਮੁਨੀ ਵੀ ਭਟਕਦੇ ਰਹੇ। ਪਰ ਸਭ ਕਹਿੰਦੇ ਸੱਚ ਜਾਣਿਓ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਜਦੋਂ ਬਾਣੀ ਪੜ੍ਹੀ ਦੀ ਹੈ, ਵੇਦ ਪੁਕਾਰੇ ਵਾਚੀ ਹੈ ਬਾਣੀ ਬ੍ਰਹਮ ਬਿਆਸ, ਬਿਆਸ ਵਰਗਾ ਰਿਸ਼ੀ ਜਿਹੜਾ ਵੇਦਾਂ ਨੂੰ ਉਚਾਰਨ ਵਾਲਾ ਲਿਖਣ ਵਾਲਾ ਉਹ ਵੀ ਨਾ ਸਮਝ ਸਕਿਆ। ਪਰ ਸੱਚ ਗੁਰੂ ਸ਼ਬਦ ਦੀ ਬਾਣੀ ਜਿਹਦੇ ਚਿੱਤ ਘਰ ਕਰ ਗਈ, ਕਹਿੰਦੇ ਉਹਦੀ ਜ਼ਿੰਦਗੀ ਨਿਰਮਲ ਹੋ ਗਈ। ਜਿਹਨੇ ਬਾਣੀ ਨੂੰ ਇਮਾਨਦਾਰੀ ਨਾਲ ਸੱਚ ਨਾਲ ਪੜ੍ਹਨਾ ਸ਼ੁਰੂ ਕਰਤਾ, ਉਹਦੇ ਅੰਦਰ ਸੱਚ ਘਰ ਕਰ ਗਿਆ, ਅੰਦਰੋਂ ਵਿਕਾਰ ਜੀਵਨ ਵਿੱਚੋਂ ਮਿਟ ਗਏ। ਮਨ ਜਨ ਸੇਵਕ ਸਾਧਿਕਾ ਨਾਮ ਰਤੇ ਗੁਣਤਾਸ। ਸਭ ਕਹਿੰਦੇ ਅਸਲ ਦੇ ਵਿੱਚ ਉਹ ਲੋਕ ਮੁਨੀ ਸਮਝੋ, ਅਸਲ ਵਿੱਚ ਉਹ ਗੁਰਮੁਖ ਨੇ, ਉਹ ਸੇਵਕ ਨੇ, ਉਹ ਸਾਧਕ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਜੀਵਨ ਦੇ ਵਿੱਚ ਗੁਣਾਂ ਦਾ ਖਜ਼ਾਨਾ ਪ੍ਰਮਾਤਮਾ ਨੂੰ ਵਸਾ ਲਿਆ ਹੈ ਤੇ ਅਵਗੁਣ ਜੀਵਨ ਦੇ ਵਿੱਚੋਂ ਬਾਹਰ ਕੱਢ ਦਿੱਤੇ ਨੇ। ਸੱਚ ਰਤੇ ਸੇ ਜਿਨ ਗਏ ਹਉ ਸਦ ਬਲਿਹਾਰੇ ਜਾਸ। ਫਿਰ ਕਹਿੰਦੇ ਜਿਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਹਾਜ਼ਰ ਨਾਜ਼ਰ ਦੇ ਨਾਲ ਆਪਣੀ ਜ਼ਿੰਦਗੀ ਜੋੜ ਲੈਂਦੇ ਨੇ, ਉਹਦੇ ਹੁਕਮ 'ਚ ਤੁਰਦੇ ਨੇ, ਸਾਰੀ ਕਾਇਨਾਤ ਨੂੰ ਇੱਕ ਸੱਚ ਦੀ ਅੱਖ ਨਾਲ ਵੇਖਦੇ ਨੇ, ਜੀਵਨ ਵਿੱਚੋਂ ਊਚ ਨੀਚ ਜਾਤ ਪਾਤ ਉਹਨਾਂ ਦੇ ਮੁੱਕ ਗਈ ਹੈ, ਉਹਨਾਂ ਨੇ ਸੰਸਾਰ ਦੀ ਅਸਲੀ ਬਾਜੀ ਨੂੰ ਜਿੱਤ ਲਿਆ ਹੈ। ਤੇ ਸਭ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ। ਚੌਹ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ। ਪਰ ਸਭ ਕਹਿੰਦੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਪ੍ਰਮਾਤਮਾ ਦੇ ਗੁਣ ਨਹੀਂ ਨਾ, ਜਿਹੜੇ ਪ੍ਰਮਾਤਮਾ ਦੀ ਯਾਦ ਵਿੱਚ ਨਹੀਂ ਚੱਲਦੇ, ਉਹਦੇ ਹੁਕਮ ਦੇ ਵਿੱਚ ਨਹੀਂ ਤਾਂ ਤੁਰਦੇ, ਉਹ ਸਦਾ ਹੀ ਮੈਲੇ ਮਨ ਵਾਲੇ ਹਨ। ਚੌਂ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ। ਉਹ ਸਾਰੇ ਸੰਸਾਰ ਵਿੱਚ ਜਿੱਥੇ ਮਰਜ਼ੀ ਨਿਗਾਹ ਮਾਰ ਲਓ, ਉਹ ਮੈਲੇ ਹੀ ਰਹਿਣਗੇ ਤੇ ਸਦਾ ਵਿਕਾਰਾਂ ਰੂਪੀ ਮੈਲ ਨਾਲ ਭਰੇ ਰਹਿਣਗੇ। ਜਿਨ ਮੁਖ ਨਾਮ ਨਾ ਹੋਏ, ਜਿਨ੍ਹਾਂ ਦੇ ਮੁਖ ਦੇ ਵਿੱਚ, ਜਿਨ੍ਹਾਂ ਦੇ ਚਿੱਤ ਵਿੱਚ ਪ੍ਰਮਾਤਮਾ ਨਹੀਂ। ਕਿਉਂਕਿ ਵਿਕਾਰੀ ਜ਼ਿੰਦਗੀ ਉਹੀ ਜੀਣਗੇ ਨਾ ਜੋ ਪ੍ਰਮਾਤਮਾ ਤੋਂ ਦੂਰ ਨੇ, ਤੇ ਜਿਹੜੇ ਪ੍ਰਮਾਤਮਾ ਦੀ ਰਜ਼ਾ ਤੇ ਹੁਕਮ 'ਚ ਆ ਗਏ ਨੇ ਉਹ ਸਦਾ ਸੁਖੀ ਨੇ। ਭਗਤੀ ਭਾਏ ਵਿਹੂਣਿਆ ਮੂੰਹ ਕਾਲਾ ਪਤ ਖੋਏ। ਪਤ ਦਾ ਅਰਥ ਹੈ ਇੱਜ਼ਤ। ਸਭ ਕਹਿੰਦੇ ਜਿਹੜੇ ਪ੍ਰਮਾਤਮਾ ਦੀ ਭਗਤੀ ਦੇ ਪਿਆਰ ਤੋਂ ਵਾਂਝੇ ਰਹਿ ਗਏ, ਜਿਨ੍ਹਾਂ ਨੇ ਪ੍ਰਮਾਤਮਾ ਤੋਂ ਆਪਣੇ ਜੀਵਨ ਨੂੰ ਦੂਰ ਕਰ ਲਿਆ, ਉਹਨਾਂ ਦੇ ਮੂੰਹ ਸਦਾ ਹੀ ਕਾਲੇ ਨੇ। ਸਭ ਕਹਿੰਦੇ ਕਿਉਂਕਿ ਉਹਨਾਂ ਦੇ ਮੂੰਹ ਤੇ ਵਿਕਾਰਾਂ ਦੀਆਂ ਚੋਟਾਂ ਨੇ, ਉਹ ਸਦਾ ਹੀ ਕਾਲੇ ਮੂੰਹ ਵਾਲੇ ਰਹਿੰਦੇ ਨੇ। ਆਪਾਂ ਕਹਿੰਦੇ ਤੇਰਾ ਮੂੰਹ ਕਾਲਾ ਹੋ ਗਿਆ, ਮੂੰਹ ਕਾਲਾ ਹੋ ਜੇ ਤੇਰਾ, ਭਾਵ ਵਿਕਾਰਾਂ ਦੀਆਂ ਚੋਟਾਂ ਨੇ ਮੂੰਹ ਤੇ, ਸਦਾ ਮੂੰਹ ਦੇ ਉੱਤੇ ਮੈਲ ਹੈ ਕਿਉਂਕਿ ਉਹਨਾਂ ਦੇ ਅੰਦਰ ਪਵਿੱਤਰਤਾ ਨਹੀਂ ਹੈ। ਐਸੇ ਮਨੁੱਖ ਪਤ ਖੋਏ, ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੈ। ਭਗਤੀ ਭਾਏ ਵਿਹੂਣਿਆ, ਜਿਹੜੇ ਪ੍ਰਮਾਤਮਾ ਦੀ ਸੱਚੀ ਸੁੱਚੀ ਭਗਤੀ ਤੋਂ ਵਿਹੂਣੇ ਨੇ, ਜਿਨ੍ਹਾਂ ਨੇ ਨਿਰੰਕਾਰ ਤੋਂ ਆਪਣਾ ਵਿਸ਼ਵਾਸ ਤੋੜ ਲਿਆ ਹੈ ਤੇ ਹੋਰ ਕਰਮ ਕਾਂਡਾਂ ਪਖੰਡਾਂ ਵਿੱਚ ਤੁਰੇ ਫਿਰਦੇ ਨੇ, ਮੂੰਹ ਕਾਲਾ ਪਤ ਖੋਏ। ਉਹਨਾਂ ਦਾ ਸਦਾ ਮੂੰਹ ਮੈਲਾ ਹੈ, ਕਾਲਾ ਹੈ, ਤੇ ਉਹ ਸਦਾ ਬੇਪਤ ਨੇ, ਆਪਣੀ ਇੱਜ਼ਤ ਖੁਆ ਚੁੱਕੇ ਨੇ। ਜਿਨੀ ਨਾਮ ਵਿਸਾਰਿਆ ਆਵਗਣ ਮੁੱਠੀ ਰੋਏ। ਜਿਨ੍ਹਾਂ ਜੀਵ ਇਸਤਰੀਆਂ ਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ, ਉਹਨਾਂ ਦਾ ਆਤਮਿਕ ਜੀਵਨ ਜਿਹੜਾ ਹੈ ਨਾ ਉਹ ਖਤਮ ਹੋ ਗਿਆ ਹੈ, ਉਹ ਢਹਿੰਦੀ ਕਲਾ 'ਚ ਨੇ। ਕਿਉਂਕਿ ਨਿਤ ਉਹਨਾਂ ਦੇ ਅੰਦਰ ਜਿਹੜੇ ਅਵਗੁਣ ਨੇ ਨਾ, ਉਹ ਗੁਣਾਂ ਨੂੰ ਲੁੱਟ ਰਹੇ ਨੇ, ਜਿਹਦੇ ਕਰਕੇ ਉਹ ਰੋਂਦੀਆਂ ਨੇ, ਪਛਤਾਉਂਦੀਆਂ ਨੇ, ਕਿਉਂਕਿ ਉਹਨਾਂ ਦੇ ਅੰਦਰ ਸੱਚ ਟਿਕਦਾ ਹੀ ਨਹੀਂ। ਕਈ ਵਾਰੀ ਖਿਆਲ ਕਰਨਾ, ਮਨੁੱਖ ਕੋਸ਼ਿਸ਼ ਕਰਦਾ ਹੈ ਚੰਗਾ ਬਣਨ ਦੀ, ਪਰ ਚੰਗਾ ਨਹੀਂ ਬਣ ਪਾਉਂਦਾ, ਕਿਉਂਕਿ ਉਹਦੇ ਅੰਦਰ ਅਵਗੁਣ ਇਤਨੇ ਨੇ, ਈਰਖਾ ਨਫ਼ਰਤ ਇਤਨੀ ਹੈ ਜੋ ਗੁਣਾਂ ਨੂੰ ਸਾੜ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਆਖਰੀ ਬੰਦ ਹੈ ਪਾਵਨ ਸ਼ਬਦ ਦਾ, ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ। ਗੁਰੂ ਜੀ ਦੇ ਰਾਹੀਂ ਖੋਜਤ ਦਾ ਅਰਥ ਹੈ ਭਾਲ ਕਰਨੀ, ਲੱਭਣਾ। ਗੁਰੂ ਦੀ ਮੱਤ ਤੇ ਚੱਲ ਕੇ ਇਹ ਭਾਲ ਕੀਤੀ ਗਈ ਹੈ, ਇਹ ਲੱਭਿਆ ਗਿਆ ਹੈ, ਤੇ ਲੱਭ ਕੇ ਇਹ ਗੱਲ ਸਮਝ ਆਈ ਹੈ ਕਿ ਸੱਚ ਹੀ ਪ੍ਰਮਾਤਮਾ ਦਾ ਗਿਆਨ ਆ।
ਉਹਦੇ ਹੁਕਮ ਦੇ ਵਿੱਚ ਰਹਿਣਾ ਹੀ ਜ਼ਿੰਦਗੀ ਦੀ ਪਵਿੱਤਰਤਾ ਹੈ। ਤੇ ਜਿਹੜਾ ਮਨੁੱਖ ਡਰ ਕਰ ਮਿਲੇ ਮਿਲਾਏ, ਜਿਹੜੇ ਪ੍ਰਮਾਤਮਾ ਦੇ ਡਰ, ਅਦਬ ਤੇ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ, ਉਹ ਗੁਰੂ ਦੇ ਰਾਹੀਂ ਪ੍ਰਮਾਤਮਾ ਨੂੰ ਮਿਲ ਜਾਂਦੇ ਹਨ ਤੇ ਗੁਰੂ ਦੀ ਮੱਤ ਤੇ ਚੱਲ ਕੇ ਉਹ ਆਪਣੇ ਜੀਵਨ ਨੂੰ ਨਿਰਮਲ ਕਰ ਲੈਂਦੇ ਹਨ। ਆਪ ਪਛਾਣੈ ਘਰ ਵਸੈ, ਹਉਮੈ ਤ੍ਰਿਸ਼ਨਾ ਜਾਏ। ਉਹ ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਆਪੇ ਦੀ ਪਹਿਚਾਣ ਕਰ ਲੈਂਦੇ ਹਨ ਤੇ ਉਹਨਾਂ ਦੇ ਹਿਰਦੇ ਘਰ ਦੇ ਵਿੱਚ ਵਸਦਾ ਪ੍ਰਮਾਤਮਾ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ। ਕਦੋਂ? ਹਉਮੈ ਤ੍ਰਿਸ਼ਨਾ ਜਾਏ, ਜਦੋਂ ਉਹ ਆਪਣੇ ਵਿੱਚੋਂ ਮੈਂ ਮੇਰੀ ਦੀ ਭਾਵਨਾ ਖਤਮ ਕਰ ਦਿੰਦੇ ਨੇ ਤੇ ਹੋਰ ਤ੍ਰਿਸ਼ਨਾ ਦੀ ਭੁੱਖ ਉਹਨਾਂ ਦੇ ਜੀਵਨ ਵਿੱਚੋਂ ਮਿਟ ਜਾਂਦੀ ਹੈ ਤੇ ਉਹਨਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ ਤੇ ਗੁਰੂ ਦੀ ਮੱਤ ਦੇ ਰਾਹੀਂ ਉਹਨਾਂ ਨੂੰ ਆਪਣੇ ਆਪੇ ਦੀ ਪਹਿਚਾਣ ਹੋ ਜਾਂਦੀ ਹੈ। ਆਖਰੀ ਪੰਕਤੀ ਅੱਜ ਦੇ ਪਾਵਨ ਸ਼ਬਦ ਦੀ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰਨਾਏ। ਸਾਹਿਬ ਨਾਨਕ ਜੀ ਆਖਦੇ ਹਨ, ਸੱਚ ਜਾਣਿਓ ਉਹ ਫਿਰ ਮੈਲ ਤੋਂ ਰਹਿਤ ਨੇ, ਨਿਰਮਲ ਮਨ ਵਾਲੇ ਨੇ, ਉਜਵਲ ਨੇ, ਪਵਿੱਤਰ ਨੇ, ਜੋ ਰਾਤੇ ਹਰਨਾਏ, ਜੋ ਸੱਚੇ ਪ੍ਰਮਾਤਮਾ ਦੇ ਗਿਆਨ ਵਿੱਚ ਰੰਗੇ ਗਏ, ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਆਪਣਾ ਜੀਵਨ ਤੋਰ ਲਿਆ। ਸਮੁੱਚੇ ਸ਼ਬਦ ਦਾ ਜਿਹੜਾ ਨਿਚੋੜ ਹੈ ਉਹ ਇਹ ਹੈ, ਸਤਿਗੁਰੂ ਦੀ ਮੱਤ ਤੇ ਚੱਲਿਆ ਇਹ ਮਨ ਨਿਰਮਲ ਹੁੰਦਾ ਹੈ ਤੇ ਨਿਰਮਲ ਮਨ ਤਾਂ ਹੀ ਹੋ ਸਕਦਾ ਹੈ ਜੇ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾਵਾਂਗੇ। ਦੋ ਜ਼ਿੰਦਗੀਆਂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਵਿੱਚ ਰੱਖੀਆਂ ਨੇ। ਇੱਕ ਉਹ ਜ਼ਿੰਦਗੀ ਹੈ ਜੋ ਮਨੁੱਖ ਆਪਣੇ ਜੀਵਨ ਵਿੱਚ ਮੈਲ ਕਮਾਉਂਦੇ ਨੇ, ਵਿਕਾਰ ਕਮਾਉਂਦੇ ਨੇ, ਨਫ਼ਰਤ ਦੀ ਜ਼ਿੰਦਗੀ ਜਿਉਂਦੇ ਨੇ, ਪ੍ਰਮਾਤਮਾ ਨੂੰ ਭੁਲਾ ਚੁੱਕੇ ਨੇ। ਇੱਕ ਉਹ ਲੋਕ ਨੇ ਉਹ ਸਦਾ ਬੇਪਤ ਹੁੰਦੇ ਨੇ। ਇੱਕ ਉਹਨਾਂ ਲੋਕਾਂ ਦੀ ਕਥਾ ਬਿਆਨ ਕੀਤੀ ਹੈ ਜਿਹੜੇ ਹਰ ਵਕਤ ਗੁਰੂ ਦੀ ਮੱਤ ਤੇ ਚੱਲਦੇ ਨੇ, ਹਰ ਵਕਤ ਆਪਣੇ ਜੀਵਨ ਨੂੰ ਸੰਵਾਰਦੇ ਨੇ, ਆਪਣੇ ਵਿੱਚੋਂ ਸੱਚ ਖੋਜਦੇ ਨੇ ਤੇ ਵਿਕਾਰਾਂ ਨੂੰ ਖਤਮ ਕਰਦੇ ਨੇ ਤੇ ਮਾਨਵਤਾ ਦਾ ਭਲਾ ਕਰਦੇ ਨੇ। ਉਹ ਸਦਾ ਇੱਜ਼ਤ ਵਾਲੇ, ਪੱਤ ਵਾਲੇ ਬਣ ਜਾਂਦੇ ਹਨ। ਹੁਣ ਅਸੀਂ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਜੀਵਨ ਜਿਉਣਾ ਹੈ, ਇਹ ਸਾਡੇ ਤੇ ਨਿਰਭਰ ਹੈ। ਇਹ ਦੋ ਜੀਵਨ ਗੁਰੂ ਜੀ ਨੇ ਅੱਜ ਸਾਡੇ ਸਾਹਮਣੇ ਰੱਖੇ ਨੇ। ਇਹਨਾਂ ਚੋਂ ਅਸੀਂ ਕਿਹੜਾ ਚੁਣਦੇ ਹਾਂ, ਸੱਚ ਦਾ ਕਿ ਝੂਠ ਦਾ, ਇਹ ਸਾਡੇ ਤੇ ਨਿਰਭਰ ਹੈ। ਆਓ ਰਲ ਮਿਲ ਕੇ ਸੱਚੇ ਜੀਵਨ ਨੂੰ ਚੁਣੀਏ ਤੇ ਗੁਰੂ ਦੀ ਮੱਤ ਤੇ ਗੁਰੂ ਦੇ ਗਿਆਨ ਤੇ ਚੱਲੀਏ। ਮਾਫੀ ਚਾਹੁੰਦਾ, ਸ਼ਬਦ 8 ਬੰਦਾਂ ਦਾ ਅਸ਼ਟਪਦੀਆਂ ਦਾ ਹੈ। ਕਈ ਵਾਰੀ ਸੀਮਤ ਸਮੇਂ ਤੋਂ ਉੱਪਰ ਹੋ ਜਾਂਦਾ ਹੈ ਸਮਾਂ, ਕਿਉਂਕਿ ਗੁਰਬਾਣੀ ਦੇ ਵਿੱਚ ਮਨ ਇੰਜ ਲੱਗਦਾ ਹੈ ਮੂੰਹ ਤੋਂ ਕਈ ਵਾਰੀ ਉਹਦੇ ਅਰਥ ਕਰ ਰਿਹਾ ਹੁੰਦਾ ਹੈ, ਮਾਨਸਿਕ ਤੌਰ ਤੇ ਕਰ ਰਿਹਾ ਹੁੰਦਾ ਹੈ, ਪਰ ਅੰਦਰ ਇੰਜ ਲੱਗਦਾ ਹੈ ਵੀ ਹਜੇ ਹੋਰ ਬੜੀ ਗਹਿਰੀ ਗੱਲ ਹੈ, ਹਜੇ ਹੋਰ ਬੜੀ ਇੱਥੇ ਗੱਲ ਕੋਈ ਹੋਰ ਕਹੀ ਜਾ ਰਹੀ ਹੈ, ਹੋਰ ਬੜੀ ਡੂੰਘੀ ਗੱਲ ਹੈ। ਤੇ ਉਹਦੇ ਵੱਲ ਜਦੋਂ ਧਿਆਨ ਚਲ ਜਾਂਦਾ ਹੈ ਤੇ ਫਿਰ ਇੰਜ ਲੱਗਦਾ ਵੀ ਸਮਾਂ ਝੱਟ ਨਿਬੜ ਗਿਆ ਤੇ ਸ਼ਬਦ ਤੇ ਹਜੇ ਰਹਿ ਗਿਆ। ਬਹੁਤ ਕੁਝ ਹੈ ਗੁਰੂ ਸ਼ਬਦ ਵਿੱਚ, ਅਸੀਂ ਕੇਵਲ ਹਜੇ ਸਿਰਫ ਤੂਕ ਮਾਤਰ ਸਮਝ ਰਹੇ ਹਾਂ। ਅਸੀਂ ਕੇਵਲ ਹਜੇ ਗੁਰਬਾਣੀ ਦੀ ਅਰਥਾਵਲੀ ਸਮਝ ਰਹੇ ਹਾਂ। ਜਦੋਂ ਤੁਸੀਂ ਆਪ ਪ੍ਰੈਕਟਿਸ ਗੁਰਬਾਣੀ ਦੀ ਕਰੋਗੇ ਨਾ, ਮੈਂ ਇੱਕ ਗੱਲ ਦਾਅਵੇ ਨਾ ਕਹਿਣਾ, ਤੁਸੀਂ ਮੇਰੇ ਤੋਂ ਵੀ ਡੂੰਘੀਆਂ ਚੁੱਭੀਆਂ ਲਾ ਸਕਦੇ ਹੋ ਗੁਰੂ ਸ਼ਬਦ ਵਿੱਚ। ਗੁਰਬਾਣੀ ਇੱਕ ਐਸਾ ਵਿਸ਼ਾ ਹੈ ਜਿਹੜਾ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਸਾਹਿਬ ਦੀ ਕਥਾ, ਸਾਹਿਬ ਦੀ ਸਿਫਤ ਸਲਾਹ ਰੋਜ਼ ਨਵੀਂ ਹੈ। ਜਿੰਨੀ ਵਿਚਾਰ ਕਰੋ ਓਨਾ ਗਿਆਨ ਸਾਨੂੰ ਮਿਲਦਾ ਜਾਵੇਗਾ। ਸੋ ਮਾਫੀ ਚਾਹੁੰਦਾ, ਸ਼ਬਦਾਂ ਦਾ ਉਚਾਰਨ ਕਰਦੇ ਹਾਂ, ਗੁਰੂ ਦੀ ਗੱਲ ਕਰਦੇ ਹਾਂ, ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ। ਆਪ ਗੁਰੂ ਜੀ ਕੀ ਪਿਆਰੀ ਸੰਗਤ ਬਖਸ਼ ਲੈਣਾ ਜੀ, ਅਸੀਸ ਦੇਣਾ। ਸਤਿਗੁਰੂ ਜੀ ਤੰਦਰੁਸਤੀ ਬਖਸ਼ਣ, ਦੇ ਰੋਗਤਾ ਬਖਸ਼ਣ, ਤਾਂ ਕਿ ਹੋਰ ਪਿਆਰ ਤੇ ਸਤਿਕਾਰ ਦੇ ਨਾਲ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਾਵੇ। ਭੁੱਲਾਂ ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ